ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖ ਕੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ। ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ। ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ। ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ। ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਆਂਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਚਉਪਈ ਕੋ ਨ ਕਹੀ ਉਨ ਸਾਚੀ ਬਾਤ। ਝੂਠ ਕਹਿਓ ਉਨ ਸਮਝ ਸੋ ਘਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਵੱਡੇ ਭਾਗਾਂ ਵਾਲੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੈਠ ਕੇ ਗੁਰੂ ਦਾ ਜਸ ਸਤਿਕਾਰਯੋਗ ਗਿਆਨੀ ਕੁਲਜੀਤ ਸਿੰਘ ਜੀ ਦਿਲਬਰ ਜੀ ਦੇ ਢਾਡੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਮਹਾਰਾਜ ਸੱਚੇ ਪਾਤਸ਼ਾਹ ਦੀ ਕਥਾ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਵੀ ਆਪ ਜੀ ਸਰਵਣ ਕਰ ਰਹੇ ਹੋ। ਗੁਰਸਿੱਖ ਸੰਗਤਾਂ ਦਾ ਫੁਰਨਾ ਹੋਇਆ ਕਿ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਵੀ ਹੋਣੀ ਚਾਹੀਦੀ ਹੈ। ਭਾਵੇਂ ਦਾਸ ਕੋਲ ਸਮਾਂ 1 ਮਹੀਨੇ ਦਾ ਹੈ, ਜਿਤਨੀ ਕੁ ਕਥਾ ਇਸ ਗ੍ਰੰਥ ਵਿੱਚੋਂ ਹੋ ਸਕੀ ਕਰਾਂਗੇ। ਫਿਰ ਗੁਰੂ ਸਾਹਿਬ ਕਦੀ ਸਮਾਂ ਦੇਵੇਗਾ, ਮਹਾਰਾਜ ਸੰਪੂਰਨ ਵੀ ਕਰਾਉਣਗੇ। ਸੋ ਖਾਲਸਾ ਜੀ, ਆਪ ਜੀ ਨੇ ਪਿਛਲੇ ਪ੍ਰਕਰਣ ਵਿੱਚ ਸਰਵਣ ਕੀਤਾ ਵੀ ਅੰਗਰੇਜ਼ਾਂ ਨੇ ਸ਼ਾਹ ਆਲਮ ਗੌਰ ਅਲੀ ਬਾਦਸ਼ਾਹ ਨੂੰ ਪੁੱਛਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਰਾਜ ਕਰ ਰਹੇ ਨੇ ਦਾੜੀਆਂ ਵਾਲੇ ਔਰ ਦਸਤਾਰਾਂ ਵਾਲੇ, ਇਹ ਕੌਣ ਨੇ? ਉਸ ਮੁਗਲ ਬਾਦਸ਼ਾਹ ਨੇ ਕੁਫਰ ਤੋਲ ਦਿੱਤਾ ਕਿ ਇਹ ਜਰੈਮ ਪੇਸ਼ਾ ਲੋਕ ਸਾਡੀ ਰਈਅਤ ਹੀ ਸਨ। ਇਹ ਕੋਈ ਵੱਡੇ ਬਹਾਦਰ ਯੋਧੇ ਵੀ ਨਹੀਂ ਹਨ। ਇਹਨਾਂ ਨੇ ਕੋਈ ਦੇਸ਼ ਦੀ ਭਗਤੀ ਵੀ ਨਹੀਂ ਕੀਤੀ, ਕੋਈ ਕੰਮ ਵੀ ਨਹੀਂ ਸਵਾਰਿਆ। ਔਰ ਜਦੋਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਸਾਡੇ ਨੂੰ ਦੇਸ਼ ਤੇ ਚੜ੍ਹ ਕੇ ਆਉਂਦੇ ਸੀਗੇ, ਅਸੀਂ ਉਹਨਾਂ ਨਾਲ ਲੜਦੇ ਰਹਿ ਗਏ ਤੇ ਇਹਨਾਂ ਸਿੱਖਾਂ ਨੇ ਪੰਜਾਬ ਮੱਲ ਲਿਆ ਤੇ ਰਾਜ ਕਰਨ ਲੱਗ ਪਏ। ਔਰ ਇਹਨਾਂ ਦਾ ਕੋਈ ਵਧੀਆ ਇਤਿਹਾਸ ਨਹੀਂ ਹੈ। ਉਹਨਾਂ ਮੁਗਲ ਬਾਦਸ਼ਾਹਾਂ ਨੇ ਇਹ ਵੀ ਨਹੀਂ ਦੱਸਿਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਕਿੱਡੇ ਵੱਡੇ ਰਹਿਬਰ ਹੋਏ ਨੇ। 10 ਜਾਮੇ ਉਹਨਾਂ ਨੇ ਧਾਰਨ ਕੀਤੇ ਨੇ। ਔਰ ਬਾਬਰ ਬਾਦਸ਼ਾਹ ਨੂੰ 7 ਪੁਸਤਾਂ ਦਾ ਰਾਜ ਵੀ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ ਹੈ। ਔਰ ਬਾਬਰ ਤੇ ਹਮਾਯੂ ਤੇ ਅਕਬਰ ਗੁਰੂ ਦਰਬਾਰ ਦੇ ਸੇਵਕ ਬਣ ਕੇ ਰਹੇ ਨੇ। ਔਰ ਜਹਾਂਗੀਰ ਨਾਲ ਗੁਰੂ ਘਰ ਦਾ ਵਿਰੋਧ ਹੋਇਆ। ਪੰਚਮ ਪਾਤਸ਼ਾਹ ਨੂੰ ਤਤੀਆਂ ਤਵੀਆਂ ਤੇ ਬਿਠਾਇਆ।
ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਂਕ ਸ਼ਹੀਦ ਕੀਤਾ ਹੈ, ਸਾਹਿਬਜ਼ਾਦੇ ਨੀਹਾਂ ਚਿਣੇ ਨੇ, ਉਹ ਸਾਰਾ ਇਤਿਹਾਸ ਅੱਖਾਂ ਤੋਂ ਪਰੇ ਕਰਕੇ ਇਹ ਕੁਫਰ ਤੋਲ ਦਿੱਤਾ ਵੀ ਇਹ ਤਾਂ ਜਰੈਮ ਪੇਸ਼ਾ ਲੋਕ ਨੇ। ਆਫਟਰ ਲੋਨਿੰਗ ਨਾਮ ਦਾ ਇੱਕ ਜਰਨੈਲ ਸੀ ਜਿਹੜਾ ਲੰਡਨ ਤੋਂ ਗਿਆ ਹੋਇਆ ਸੀ, ਇੰਡੀਆ ਦੇ ਵਿੱਚ ਪ੍ਰਬੰਧ ਕਰ ਰਿਹਾ ਸੀ ਵਾਇਸਰਾਇਸ ਦੀ ਥਾਂ ਤੇ, ਯਾਨੀ ਹਿੰਦੁਸਤਾਨ ਦਾ ਇੱਕ ਤਰ੍ਹਾਂ ਨਾਲ ਬਾਦਸ਼ਾਹੀ ਬਣਨ ਵਾਲਾ ਸੀ। ਉਹ ਪ੍ਰਬੰਧ ਉਹਦੇ ਕੋਲ ਸੀਗਾ ਮਹਾਰਾਣੀ ਵੱਲੋਂ, ਲੰਡਨ ਦੀ ਰਾਣੀ ਵੱਲੋਂ। ਸੋ ਅੰਗਰੇਜ਼ਾਂ ਦੇ ਉਸ ਜਰਨਲ ਨੇ ਪਤਾ ਕਰਨਾ ਚਾਹਿਆ ਵੀ ਇਹ ਸੱਚ ਕਿਹਾ ਕਿ ਝੂਠ। ਤੋ ਕਵੀ ਜੀ ਲਿਖ ਰਹੇ ਭਾਈ ਰਤਨ ਸਿੰਘ ਜੀ ਵੀ ਕਿਹਾ ਤਾਂ ਉਹਨੇ ਝੂਠ ਹੀ ਸੀ ਸਾਰਾ, ਖਾਲਸੇ ਦਾ ਇੰਨਾ ਵੱਡਾ ਮਹਾਨ ਵਿਰਸਾ ਸੀ ਦੱਸਿਆ ਹੀ ਨਹੀਂ। ਸੋ ਹੁਣ ਕਵੀ ਜੀ ਦੱਸਦੇ ਆ ਵੀ ਉਹਦਾ ਮਹਾਰਾਜ ਪਰਮੇਸ਼ਰ ਵੱਲੋਂ ਹੀ ਵਿਧ ਬਣ ਗਈ ਨਿਰਣਾ ਹੋਣ ਦਾ। ਹੁੰਦਾ ਜੋ ਵੀ ਹੈ ਉਹ ਭਲਾ ਹੀ ਹੁੰਦਾ ਹੈ, ਸਮਝ ਬਾਅਦ ਚ ਆਉਂਦੀ ਹੈ। ਜੇ ਕਿਤੇ ਗੌਰ ਅਲੀ ਇਹ ਝੂਠ ਨਾ ਬੋਲਦਾ ਤੇ ਖਾਲਸੇ ਦਾ ਐਡਾ ਵੱਡਾ ਇਤਿਹਾਸ ਗੁਰੂ ਪੰਥ ਪ੍ਰਕਾਸ਼ ਕਿਵੇਂ ਲਿਖਿਆ ਜਾਂਦਾ? ਇਹ ਮਹਾਰਾਜ ਪਰਮੇਸ਼ਰ ਨੇ ਹੀ ਇਹ ਵਿਧ ਬਣਾਈ ਹੈ। ਸੋ ਆਓ ਹੁਣ ਕਥਾ ਸਰਵਣ ਕਰੀਏ, ਸਾਰੀ ਸੰਗਤ ਮਨ ਬਿਰਤੀਆਂ ਨੂੰ ਮਹਾਰਾਜ ਕਲਗੀਧਰ ਪਿਤਾ ਜੀ ਦੇ ਚਰਨਾਂ ਨਾਲ ਜੋੜੀਏ, ਕਿਉਂਕਿ ਖਾਲਸਾ ਪੰਥ ਉਹਨਾਂ ਦਾ ਸਾਜਿਆ ਹੋਇਆ ਹੈ ਤੇ ਖਾਲਸਾ ਮੇਰਾ ਰੂਪ ਹੈ ਖਾਸ। ਇਹ ਖਾਲਸੇ ਦੀ ਕਥਾ ਗੁਰੂ ਦੀ ਕਥਾ ਹੀ ਹੈ। ਸਾਰੀ ਸੰਗਤ ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਉਪਈ ਕੋ ਨਾ ਕਹੀ ਉਨ ਸਾਚੀ ਬਾਤ। ਕੋਈ ਗੱਲ ਵੀ ਉਸ ਗੌਰ ਅਲੀ ਨੇ ਸਿੰਘਾਂ ਬਾਰੇ ਸੱਚੀ ਜਿਹੜੀ ਸੀ ਉਹ ਨਹੀਂ ਦੱਸੀ। ਝੂਠ ਕਹਿਓ ਉਨ ਸਮਝ ਸੋ ਘਾਤ। ਉਹਨੇ ਇਹ ਮੌਕਾ ਪਾਇਆ ਵੀ ਸਿੰਘਾਂ ਦੇ ਖਿਲਾਫ ਮੈਂ ਆਪਣਾ ਜ਼ਹਿਰ ਉਗਲ ਦਿਆਂ। ਚੁਗਲਬਾਜ਼ ਨਾ ਚੁਗਲੀਆਂ ਬਾਜ਼ ਆਉਂਦੇ, ਚੁਗਲਖੋਰ ਨਾ ਚੁਗਲੀਆਂ ਬਾਜ਼ ਆਉਂਦੇ। ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ, ਉਹਨਾਂ ਨੂੰ ਜਦੋਂ ਮੌਕਾ ਮਿਲੇ ਤੇ ਫਿਰ ਉਹ ਗੱਲ ਕਹਿ ਜਾਂਦੇ ਐ। ਸੋ ਇਹੀ ਗੱਲ ਗੌਰ ਅਲੀ ਬਾਦਸ਼ਾਹ ਸ਼ਾਹ ਆਲਮ ਨੇ ਖਾਲਸੇ ਦੇ ਖਿਲਾਫ ਆਪਣੇ ਮਨ ਦਾ ਜਿਹੜਾ ਜ਼ਹਿਰ ਸੀ ਉਗਲ ਦਿੱਤਾ। ਜਿਮ ਉਨ ਕਹਿਓ ਤਿਮ ਜਰਨੈਲ ਲਿਖ ਧਰਿਓ। ਜਰਨਲ ਆਫਟਰ ਲੋਨੀ ਨੇ ਬਾਦਸ਼ਾਹ ਨੇ ਜੋ ਗੱਲ ਕਹੀ ਸੀ ਉਹ ਲਿਖ ਲਈ, ਕਿਉਂਕਿ ਅੰਗਰੇਜ਼ ਜਿਹੜੇ ਸਨ ਹਰ ਗੱਲ ਲਿਖ ਲੈਂਦੇ ਸਨ। ਜਿਵੇਂ ਅੱਜ ਕੱਲ੍ਹ ਇਹਨਾਂ ਕੋਲ ਕੈਮਰੇ ਹਨ ਤੇ ਕੈਮਰਿਆਂ 'ਚ ਨੋਟ ਕਰ ਲੈਂਦੇ ਆ, ਫੋਟੋਆਂ ਖਿੱਚ ਲੈਂਦੇ ਆ, ਮੂਵੀਆਂ ਬਣਾ ਲੈਂਦੇ, ਪਹਿਲਾਂ ਲਿਖ ਲੈਂਦੇ ਸਨ। ਆਫਟਰ ਲੋਨੀ ਨੇ ਉਹ ਬਿਆਨ ਜਿਹੜਾ ਸੀ ਸ਼ਾਹ ਆਲਮ ਬਾਦਸ਼ਾਹ ਗੌਰ ਅਲੀ ਦਾ ਲਿਖ ਲਿਆ। ਸੱਚ ਝੂਠ ਤਬ ਨਾਹੇ ਵਿਚਰਿਓ। ਇਹਦਾ ਪਤਾ ਨਹੀਂ ਸੀ ਲੱਗ ਰਿਹਾ ਵੀ ਇਹ ਸੱਚ ਆਖਿਆ ਕਿ ਝੂਠ ਆਖਿਆ। ਤੁਰਕ ਹਿੰਦੂ ਕੋ ਬੈਰ ਹੁਤੋ ਆਦ। ਕਿਉਂਕਿ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਬਾਹਰੋਂ ਆਏ ਸਨ ਤੇ ਹਿੰਦੂ ਜਿਹੜੇ ਉੱਥੋਂ ਦੇ ਵਸਨੀਕ ਸਨ, ਉਹਨਾਂ ਦਾ ਬੜਾ ਪੁਰਾਣਾ ਵੈਰ ਆਪਸ ਵਿੱਚ ਚੱਲਿਆ ਆ ਰਿਹਾ ਸੀ। ਜੰਗ ਯੁੱਧ ਹੁੰਦੇ ਆ ਰਹੇ ਸਨ। ਲਗਭਗ 700 ਸਾਲ ਤੋਂ ਇਹ ਲੜਾਈ ਜਾਰੀ ਸੀ। ਦੀਨ ਮਜਬ ਕੋ ਆਦੋ ਬਾਦ। ਦੀਨ ਮਜਬ ਦਾ ਯੁੱਧ ਸੀਗਾ ਆਦੋਂ ਬਾਅਦ, ਬਹੁਤ ਪੁਰਾਣਾ। ਕਿੱਥੇ ਮੁਹੰਮਦ ਗੋਰੀ ਦਾ ਟਾਈਮ ਹੈ 11ਵੀਂ ਸਦੀ ਦੇ ਵਿੱਚ। ਉਸ ਵੇਲੇ ਤੋਂ ਲੈ ਕੇ ਔਰ ਅੰਗਰੇਜ਼ਾਂ ਦੇ ਆਉਣ ਤੱਕ ਮੁਗਲਾਂ ਦਾ ਰਾਜ ਰਿਹਾ, ਪਠਾਣਾਂ ਦਾ ਰਾਜ ਰਿਹਾ। ਉਹਨਾਂ ਦੇ ਨਾਲ ਸਰਕਾਰ ਦੇ ਨਾਲ ਹਿੰਦੂਆਂ ਦਾ ਵਿਰੋਧ ਰਿਹਾ। ਭਾਵੇਂ ਕਿਤੇ ਹਿੰਦੂ ਦੱਬ ਜਾਂਦੇ ਸਨ, ਕਿਤੇ ਲੜ ਪੈਂਦੇ ਸਨ, ਕਦੀ ਹਾਰ ਜਾਂਦੇ ਸਨ, ਕਦੀ ਜਿੱਤ ਜਾਂਦੇ ਸਨ। ਸੋ ਹਿੰਦੂ ਧਰਮ ਦਾ ਤੇ ਤੁਰਕਾਂ ਦਾ ਆਪਸ ਵਿੱਚ ਵਿਰੋਧ ਰਿਹਾ ਹੈ। ਝੂਠ ਕਹਿਣ ਮੈਂ ਜੇ ਰਿਪ ਮਰੈ। ਜੇ ਦੁਸ਼ਮਣ ਝੂਠ ਬੋਲਣ ਨਾਲ ਮਰਦਾ ਹੋਵੇ ਤੇ ਕੋਈ ਘਟ ਨਹੀਂ ਕਰਿਆ ਕਰਦਾ। ਹਾਂਜੀ, ਤੁਰਕ ਹਿੰਦੂਆਂ ਤੇ ਕਬ ਟਰੈ। ਤਾਂ ਫਿਰ ਕਦੋਂ ਟਲਦਾ ਸੀ ਬਾਦਸ਼ਾਹ ਗੌਰ ਅਲੀ? ਉਹਨੇ ਝੂਠ ਬੋਲ ਹੀ ਦਿੱਤਾ ਖਾਲਸੇ ਦੇ ਖਿਲਾਫ। ਦੋਹਰਾ ਭੁਜਾ ਪਿਆਈਐ ਤੇਲ ਸਿਉ ਦੀਜੈ ਤਿਲੈ ਲਗਾਏ। ਕਹਿੰਦੇ ਬਾਹ ਨੂੰ ਤੇਲ ਵਿੱਚ ਪਾ ਕੇ ਭਿਉਂ ਕੇ ਤੇ ਤਿਲਾਂ ਦੀ ਬੋਰੀ ਚ ਪਾ ਦਈਏ। ਮਾਰੋ ਹਿੰਦੂਆਂ ਕਸਮ ਕਰ ਇਹ ਗਇਓ ਰਸੂਲ ਬਤਾਏ। ਇਦਾਂ ਦੀ ਗੱਲ ਔਰੰਗਜ਼ੇਬ ਵਰਗੇ ਬਾਦਸ਼ਾਹ ਕਹਿੰਦੇ ਸਨ ਵੀ ਇੰਨੀਆਂ ਕਸਮਾਂ ਪਾ ਕੇ ਵੀ ਜੇ ਹਿੰਦੂ ਮਰਦੇ ਆ ਤੇ ਮਾਰ ਦਿਓ। ਸ੍ਰੀ ਕਲਗੀਧਰ ਪਾਤਸ਼ਾਹ ਨੂੰ ਵੀ ਕਸਮ ਪਾ ਕੇ ਕਿਹਾ ਸੀ ਵੀ ਸਾਨੂੰ ਕਸਮ ਹੈ ਕੁਰਾਨ ਦੀ, ਜੇ ਤੁਸੀਂ ਆਨੰਦਪੁਰ ਦਾ ਕਿਲਾ ਛੱਡੋਗੇ ਤੁਹਾਡਾ ਰਾਹ ਨਹੀਂ ਰੋਕਾਂਗੇ।
ਤੇ ਉਹ ਕੁਰਾਨ ਮਹਾਰਾਜ 10ਵੇਂ ਪਾਤਸ਼ਾਹ ਦੇ ਕੋਲ ਭੇਜੀ ਸੀ, ਉਹਦੇ ਉੱਤੇ ਲਿਖ ਕੇ ਭੇਜਿਆ ਸੀ ਤੇ ਮਹਾਰਾਜ ਨੇ ਉਹ ਸਾਂਭ ਕੇ ਰੱਖੀ ਹੋਈ ਸੀ। ਤੇ ਜਦੋਂ ਜਫਰਨਾਮਾ ਲਿਖਿਆ ਉਹਦੇ ਵਿੱਚ ਮਹਾਰਾਜ ਨੇ ਕਲਗੀਧਰ ਨੇ ਲਿਖਿਆ ਦੀਨੇ ਕਾਂਗੜ ਤੋਂ ਕਿ ਔਰੰਗਜ਼ੇਬ ਤੇਰੇ ਹੱਥ ਦਾ ਲਿਖਿਆ ਕੁਰਾਨ ਦੇ ਉੱਤੇ ਮੇਰੇ ਕੋਲ ਮੌਜੂਦ ਹੈ। ਜੋ ਤੂੰ ਵਾਅਦਾ ਕੀਤਾ ਵੀ ਮੈਨੂੰ ਕੁਰਾਨ ਦੀ ਕਸਮ ਹੈ ਤੁਹਾਡਾ ਵਾਲ ਵਿੰਗਾ ਨਹੀਂ ਹੋਏਗਾ, ਤੁਸੀਂ ਕਿਲਾ ਛੱਡ ਦਿਓ। ਪਰ ਉਹ ਸਾਰੀਆਂ ਕਸਮਾਂ ਭੁਲਾ ਕੇ ਕਿੱਡਾ ਵੱਡਾ ਭਾਰੀ ਮਾਰੂ ਹੱਲਾ ਕੀਤਾ ਹੈ ਕਿ ਮੇਰੇ ਸਾਹਿਬਜ਼ਾਦੇ ਵੀ ਸ਼ਹੀਦ ਕਰ ਦਿੱਤੇ ਆ ਤੇ ਮੇਰੇ ਸਿੰਘ ਵੀ ਸ਼ਹੀਦ ਕਰ ਦਿੱਤੇ ਆ। ਮਹਾਰਾਜ ਕਹਿੰਦੇ ਮਰਾ ਐਤਬਾਰੇ ਬਰੀ ਕਸਮ ਨੇਸ ਕਿ ਏਜ ਗਵਾਸਤ ਜਜਦਾਂ ਜਕੇਸ न कतरा मरहत बारे बरोस्त के बख्शी वा दीवा हम है किजब गोस्त। मैनू तेरे ते रत्ती जिन्ना तबार नहीं तेरियां कसमां ते तेरे बख्शी और दीवान भी सारे झूठ बोलण वाले हैं। सो ये गल जिहड़ी चली आ रही सी भी हिंदुआं नूं जिवें भी होवे दबा लिया जावे, भावें 100 कसमां खाणियां पैण ते भावें 1000। ਉਹੀ ਗੱਲ ਸ਼ਾਹ ਆਲਮ ਬਾਦਸ਼ਾਹ ਨੇ ਅੱਜ ਇੱਥੇ ਵਰਤ ਲਈ ਹੈ। ਰਤਨ ਸਿੰਘ ਨੇ ਜਿਮ ਸੁਣੀ ਸੋ ਤਉ ਧਰੀ ਲਿਖਾਈ। ਭਾਈ ਰਤਨ ਸਿੰਘ ਜੀ ਕਹਿੰਦੇ ਜੋ ਮੈਂ ਉਸ ਵੇਲੇ ਦਾ ਹਾਲਾਤ ਸੁਣਿਆ, ਜੋ ਉੱਥੇ ਦਿੱਲੀ 'ਚ ਵਾਪਰਿਆ, ਉਹ ਮੈਂ ਲਿਖ ਰਿਹਾ ਹਾਂ। ਸੁਨੋ ਸੰਤ ਮਨ ਲਾਇਕ ਅੱਗੇ ਕਹੂੰ ਵਧਾਈ। ਸੰਤ ਜਨੋ ਖਾਲਸਾ ਜੀਓ ਮਨ ਲਾ ਕੇ ਸੁਣੋ, ਮੈਂ ਹੁਣ ਉਹ ਸਾਰੀ ਕਥਾ ਪੰਥ ਪ੍ਰਕਾਸ਼ ਦੀ ਲਿਖਣ ਦੀ ਭੂਮਿਕਾ ਦੱਸਦਾ ਹਾਂ। ਦੋਹਰਾ ਜਬ ਪਾਤ ਸਾਹੈ ਇਮ ਕਹਿਓ ਇਨ ਦਇਓ ਰਾਜ ਕਿਨ ਨਾਹੀ। ਜਦੋਂ ਬਾਦਸ਼ਾਹ ਸ਼ਾਹ ਆਲਮ ਨੇ ਇਹ ਬਿਆਨ ਦਿੱਤਾ ਵੀ ਸਿੱਖਾਂ ਨੂੰ ਕਿਸੇ ਨੇ ਰਾਜ ਨਹੀਂ ਦਿੱਤਾ, ਇਹਨਾਂ ਨੂੰ ਸਾਡੇ ਵੱਲੋਂ ਰਾਜ ਕਰਨ ਦੀ ਕੋਈ ਪ੍ਰਵਾਨਗੀ ਨਹੀਂ, ਕਿਉਂਕਿ ਰਾਜ ਕਰਨ ਦੀ ਪ੍ਰਵਾਨਗੀ ਦਿੱਲੀ ਦਾ ਬਾਦਸ਼ਾਹ ਹੀ ਦੇ ਸਕਦਾ ਸੀ। ਉਹਨਾਂ ਦੇ ਖਿਆਲ ਮੁਤਾਬਕ ਬਾਦਸ਼ਾਹ ਜੋ ਹੋਇਆ ਮੁਲਕ ਦਾ ਵੱਡਾ, ਉਹ ਕਿਸੇ ਨੂੰ ਰਿਆਸਤ ਦੇ ਦੇਵੇ, ਕਿਸੇ ਨੂੰ ਜਗੀਰ ਦੇ ਦੇਵੇ, ਕਿਸੇ ਨੂੰ ਪਟਾ ਦੇ ਦੇਵੇ ਤੇ ਉਹਦੇ ਕਹਿਣ ਤੇ ਲੋਕ ਰਾਜ ਕਰੀ ਜਾਂਦੇ ਆ। ਪਰ ਸਿੰਘਾਂ ਨੇ ਤਾਂ ਤਲਵਾਰ ਨਾਲ ਲਿਆ ਸੀ, ਤੇਗ ਨਾਲ ਲਿਆ ਸੀ, ਤੇ ਇਸ ਕਰਕੇ ਉਹਨੇ ਇਹ ਕਹਿ ਦਿੱਤਾ ਵੀ ਇਹਨਾਂ ਨੂੰ ਅਸੀਂ ਲਿਖ ਕੇ ਨਹੀਂ ਦਿੱਤਾ, ਇਹ ਸਾਡੀ ਮਨਜ਼ੂਰੀ ਤੋਂ ਬਿਨਾਂ ਹੀ ਦੱਬ ਕੇ ਬੈਠੇ ਨੇ, ਇਹਨਾਂ ਨੂੰ ਸਰਕਾਰੀ ਮਾਨਤਾ ਪ੍ਰਾਪਤ ਨਹੀਂ ਹੈ। ਹਾਂਜੀ। ਰਈਅਤ ਆਕੀ ਹਮ ਭਈ ਐ ਨਾਦਰ ਅਹਿਮਦ ਸਾਹੀ। ਬਲਕਿ ਇਹ ਕਹਿ ਦਿੱਤਾ ਵੀ ਜਦੋਂ ਨਾਦਰ ਸ਼ਾਹ 1738 ਦੇ ਵਿੱਚ ਆਇਆ ਸੀ ਤੇ ਅਹਿਮਦ ਸ਼ਾਹ ਅਬਦਾਲੀ 1748 ਤੋਂ ਲੈ ਕੇ 64 ਤੱਕ ਆਉਂਦਾ ਹੀ ਰਿਹਾ। ਕਿਤੇ 11 ਹਮਲੇ ਲਿਖਿਆ, ਕਿਤੇ 17 ਲਿਖਿਆ ਉਹਦੇ ਪੁਰਾਣੇ ਗ੍ਰੰਥਾਂ ਵਿੱਚ, ਪਰ ਘੱਟੋ ਘੱਟ ਤਾਂ 11 ਦਾ ਪੱਕੇ ਹੋਏ ਆ। ਤੇ ਖਾਲਸੇ ਦੇ ਨਾਲ ਉਹਦੀਆਂ ਟੱਕਰਾਂ ਬੜੀਆਂ ਬੜੀਆਂ ਤਗੜੀਆਂ ਹੋਈਆਂ ਅਹਿਮਦ ਸ਼ਾਹ ਅਬਦਾਲੀ ਦੀਆਂ। 5 ਮਈ 1762 ਨੂੰ ਜਿਹੜਾ ਉਹਦੇ ਨਾਲ ਖਾਲਸੇ ਦਾ ਜੰਗ ਹੋਇਆ, ਇਹਨੂੰ ਵੱਡਾ ਘੱਲੂਘਾਰਾ ਕਹਿੰਦੇ ਆ। ਅਹਿਮਦ ਸ਼ਾਹ ਵੀ ਆਇਆ ਤੇ ਨਾਦਰ ਵੀ ਆਇਆ ਜਦੋਂ, ਉਦੋਂ ਇਹਨਾਂ ਸਿੱਖਾਂ ਨੇ ਪੰਜਾਬ ਮੱਲ ਲਿਆ। ਕਿਉਂ? ਅਸੀਂ ਤੇ ਲੜਦੇ ਰਹਿ ਗਏ ਨਾਦਰ ਨਾਲ ਤੇ ਸਿੱਖ ਕਬਜ਼ਾ ਕਰ ਗਏ। ਭਈ ਰਈਅਤ ਆਕੀ ਆਏ, ਜਿਹੜੀ ਰਈਅਤ ਸੀਗੀ, ਪਰਜਾ ਸੀ ਸਾਡੀ ਪਬਲਿਕ, ਇਹ ਆਕੀ ਹੋ ਗਈ, ਸਾਨੂੰ ਟੈਕਸ ਦੇਣੋਂ ਹਟ ਗਏ, ਆਜ਼ਾਦ ਹੋ ਕੇ ਬਹਿ ਗਏ। ਚਉਪਈ ਤਬ ਅੰਗਰੇਜ਼ਨ ਤਿਉ ਹੀ ਲਿਖ ਲਿਓ। ਅੰਗਰੇਜ਼ਾਂ ਨੇ ਜੋ ਬਾਦਸ਼ਾਹ ਸ਼ਾਹ ਆਲਮ ਨੇ ਬਿਆਨ ਦਿੱਤਾ ਸੀ ਉਹ ਜਿਉਂ ਕਾ ਤਿਉਂ ਲਿਖ ਲਿਆ। ਸਿੰਘਨ ਰਾਜ ਨਾ ਕਿਨਹੂ ਦਇਓ। ਤੇ ਇਹ ਬਿਆਨ ਸੀ ਵੀ ਸਿੰਘਾਂ ਨੂੰ ਕਿਸੇ ਨੇ ਰਾਜ ਨਹੀਂ ਦਿੱਤਾ, ਸਿੰਘਾਂ ਨੂੰ ਸਾਡੇ ਵੱਲੋਂ ਕੋਈ ਮਨਜ਼ੂਰੀ ਨਹੀਂ ਹੈ, ਧੱਕਾਸ਼ਾਹੀ ਕਰੀ ਜਾਂਦੇ ਆ। ਹਾਂਜੀ। ਨਹੀਂ ਪਰਵਾਨ ਸਿੰਘਾਂ ਪਾਹੇ। ਇਹਨਾਂ ਸਿੰਘਾਂ ਕੋਲ ਸਾਡਾ ਮਨਜ਼ੂਰੀ ਦਾ ਪਟਾ ਕੋਈ ਨਹੀਂ ਹੈ, ਪਰਵਾਨਾ ਕੋਈ ਨਹੀਂ ਹੈ, ਇਹਨਾਂ ਨੂੰ ਕੋਈ ਸਰਕਾਰੀ ਮਾਨਤਾ ਰਾਜ ਕਰਨ ਦੇ ਲਈ ਨਹੀਂ ਮਿਲੀ ਹੋਈ। ਨਹੀਂ ਬਖਸ਼ ਕਿਨ ਕਰੀ ਪਤ ਸਾਹੇ। ਕਿਸੇ ਬਾਦਸ਼ਾਹ ਨੇ ਔਰੰਗਜ਼ੇਬ ਤੋਂ ਲੈ ਕੇ ਮੇਰੇ ਤੱਕ ਕਈ ਬਾਦਸ਼ਾਹ ਹੋ ਚੁੱਕੇ। ਵੈਸੇ ਜੇ ਪੜ੍ਹਿਆ ਜਾਵੇ ਮੁਹੰਮਦ ਗੋਰੀ ਤੋਂ ਲੈ ਕੇ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਤੱਕ 42 ਬਾਦਸ਼ਾਹ ਹੋਏ। 42 ਬਾਦਸ਼ਾਹਾਂ ਦੀ ਲਿਸਟ ਭਾਈ ਕਾਹਨ ਸਿੰਘ ਜੀ ਨੇ ਮਹਾਨਕੋਸ਼ ਵਿੱਚ ਦਿੱਤੀ ਹੈ ਕਿ 1192 ਸਨ ਤੋਂ ਲੈ ਕੇ
1857 ਗਦਰ ਤੱਕ ਇਹ 42 ਹੋਏ ਆ, 42 ਬਾਦਸ਼ਾਹ। ਸੋ ਉਹ 41 ਨੰਬਰ ਤੇ ਹੈ ਜਿਹੜਾ ਹੁਣ ਬੋਲ ਰਿਹਾ। ਉਹ ਕਹਿੰਦਾ ਮੇਰੇ ਤੋਂ ਪਹਿਲਾਂ 40 ਬਾਦਸ਼ਾਹ ਹੋ ਗਏ ਨੇ, ਕਿਸੇ ਨੇ ਵੀ ਸਿੱਖਾਂ ਨੂੰ ਨਹੀਂ ਲਿਖ ਕੇ ਦਿੱਤਾ ਰਾਜ ਕਰਨ ਲਈ। ਦਿੱਲੀਸ਼ ਕਹਿਓ ਤਿਮ ਲਿਖਿਓ ਕਿਤਾਬ। ਜੋ ਇਹ ਬਿਆਨ ਉਸ ਬਾਦਸ਼ਾਹ ਗੌਰ ਅਲੀ ਸ਼ਾਹ ਆਲਮ ਨੇ ਦਿੱਤਾ, ਉਹ ਲਿਖ ਲਿਆ ਅੰਗਰੇਜ਼ਾਂ ਨੇ ਕਿਤਾਬ ਦੇ ਵਿੱਚ, ਰਜਿਸਟਰ ਦੇ ਵਿੱਚ, ਫਾਈਲ ਦੇ ਵਿੱਚ। ਹੁਕਮ ਪਾਏ ਯੋ ਧਰੀ ਸ਼ਿਤਾਬ। ਔਰ ਫਾਈਲ ਬੰਦ ਕਰਕੇ ਉਹਨਾਂ ਨੇ ਰੱਖ ਲਈ। ਜੋ ਨਹਿ ਪਰਵਾਨੋ ਸਿੰਘਨ ਪਾਹੇ। ਫਿਰ ਅੰਗਰੇਜ਼ ਗੱਲਾਂ ਕਰਨ ਲੱਗ ਪਏ। ਈਸਟ ਇੰਡੀਆ ਕੰਪਨੀ ਕਲਕੱਤੇ ਉਹਨਾਂ ਦਾ ਮੇਨ ਦਫ਼ਤਰ ਸੀਗਾ, ਦਿੱਲੀ 'ਚ ਵੀ ਸੀਗਾ। ਉਹ ਆਪਸ 'ਚ ਘੁਸਰ ਮੁਸਰ ਲੱਗ ਪਏ ਕਰਨ ਅੰਗਰੇਜ਼। ਔ ਨਹਿ ਬਖਸ਼ਿਓ ਕਿਨ ਪਤ ਸਾਹੇ। ਉਹ ਕਹਿੰਦੇ ਜੇ ਸਿੰਘਾਂ ਕੋਲ ਰਾਜ ਕਰਨ ਦਾ ਪਟਾ ਹੀ ਕੋਈ ਨਹੀਂ, ਔਰ ਦਿੱਲੀ ਦੇ ਕਿਸੇ ਬਾਦਸ਼ਾਹ ਨੇ ਉਹਨਾਂ ਨੂੰ ਰਾਜ ਕਰਨ ਦਾ ਹੱਕ ਹਕੂਕ ਦਿੱਤਾ ਹੀ ਕੋਈ ਨਹੀਂ। ਰਈਅਤ ਆਕੀ ਕਬ ਰਹਿਣਾ ਪਾਏ। ਜੇ ਪਬਲਿਕ ਹੈ, ਰਈਅਤ ਹੈ, ਤੇ ਰਈਅਤ ਕਿੰਨਾ ਚਿਰ ਆਕੀ ਰਹਿ ਸਕਦੀ ਹੈ? ਰਈਅਤ ਬਗਾਵਤ ਕਰੇਗੀ 1 ਦਿਨ, 2 ਦਿਨ, ਮਹੀਨਾ, 2 ਮਹੀਨੇ, ਅਖੀਰ ਤੇ ਸਰਕਾਰ ਦੱਬ ਹੀ ਲੈਂਦੀ ਹੈ। ਕਿੱਡੀਆਂ ਕਿੱਡੀਆਂ ਵੱਡੀਆਂ ਬਗਾਵਤਾਂ ਹੁੰਦੀਆਂ ਨੇ, ਅਖੀਰ ਤਾਂ ਸਰਕਾਰ ਦਬਾ ਲੈਂਦੀ ਹੈ ਨਾ। ਤੇ ਜੇ ਸਿੱਖ ਬਾਗੀ ਨੇ ਤਾਂ ਇਹਨਾਂ ਨੂੰ ਰਾਜ ਕਰਨ ਦਾ ਕੋਈ ਹੱਕ ਨਹੀਂ ਹੈ। ਹਾਂਜੀ, ਲਈਅਗ ਇਨ ਤੈ ਮੁਲਕ ਛਿਨਾਏ। ਅੰਗਰੇਜ਼ ਸਲਾਹਾਂ ਕਰਨ ਲੱਗ ਪਏ, ਫਿਰ ਆਪਾਂ ਕਿਉਂ ਨਾ ਰਾਜ ਖੋਹ ਲਈਏ ਸਿੱਖਾਂ ਕੋਲੋਂ। ਲਈਏ ਇਹਨਾਂ ਤੇ ਮੁਲਕ ਛੁਡਾ, ਇਹਨਾਂ ਦਾ ਮੁਲਕ ਛੁਡਾ ਲਈਏ ਆਪਾਂ। ਪੰਜਾਬ ਦੇ ਵਿੱਚ ਜਿਹੜੀਆਂ ਮਿਸਲਾਂ ਸਿੱਖਾਂ ਦੀਆਂ ਬਣਨ ਲੱਗ ਪਈਆਂ ਨੇ, ਆਪਾਂ ਇਹਨਾਂ ਕੋਲੋਂ ਰਾਜ ਖੋਹ ਲਈਏ। ਜਬ ਅੰਗਰੇਜ਼ਨ ਇਮ ਲਿਖ ਧਰਿਓ। ਅੰਗਰੇਜ਼ ਬੜੇ ਪਹਿਲੇ ਤੋਂ ਹੀ ਸਟੱਡੀ ਕਰ ਰਹੇ ਸਨ। ਇੱਕ ਅੰਗਰੇਜ਼ ਨੇ 1785 ਦੀਆਂ ਗੱਲਾਂ ਲਿਖੀਆਂ ਨੇ, ਯਾਨੀ ਮਹਾਰਾਜਾ ਰਣਜੀਤ ਸਿੰਘ ਤੋਂ 5 ਸਾਲ ਦਾ ਸੀ ਜਦੋਂ ਉਹ ਪੰਜਾਬ 'ਚ ਵੜ ਗਿਆ ਅੰਗਰੇਜ਼। ਉਹਨੇ ਇਹ ਗੱਲ ਵੀ ਲਿਖੀ ਹੈ ਵੀ ਮੈਂ ਸਿੱਖਾਂ ਦੇ ਦੋਵੇਂ ਗ੍ਰੰਥ ਪੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਕਹਿੰਦੇ ਮੈਨੂੰ ਇੱਕ ਗ੍ਰੰਥ ਤਾਂ ਇੱਕ ਸਾਧੂ ਨੇ ਦਰਸ਼ਨ ਕਰਾਏ, ਦੂਜਾ ਉਹ ਕਹਿੰਦਾ ਨਹੀਂ ਕਰਾ ਸਕਦਾ। ਕਹਿੰਦਾ ਮੈਨੂੰ ਉਸ ਸਾਧੂ ਨੇ ਰਾਤ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਏ ਵੀ ਇਹ ਸਾਡਾ ਗ੍ਰੰਥ ਹੈ ਧਾਰਮਿਕ, ਅਧਿਆਤਮਿਕ। ਮੈਂ ਉਸ ਨਿਰਮਲੇ ਸਾਧੂ ਨੂੰ ਆਖਿਆ ਵੀ ਜਿਹੜਾ ਦੂਜਾ ਉਹ ਕਹਿੰਦਾ ਉਹ ਸਾਡਾ ਸਿੱਖਾਂ ਦਾ ਹੈ, ਜੰਗੀ ਗ੍ਰੰਥ ਹੈ, ਉਹਦੀ ਸਾਨੂੰ ਪਰਮਿਸ਼ਨ ਨਹੀਂ ਕਿਸੇ ਨੂੰ ਦਿਖਾਉਣ ਦੀ। ਇਹ ਗੱਲਾਂ ਉਦੋਂ ਲਿਖੀਆਂ ਗਈਆਂ 1785 ਦੇ ਵਿੱਚ। ਕਹਿਣ ਦਾ ਮਤਲਬ ਹੈ ਖਾਲਸਾ ਜੀ ਵੀ ਉਹ ਕਿਉਂ ਪੜ੍ਹਦੇ ਸੀ ਸਾਡੇ ਗ੍ਰੰਥ, ਸਾਡੀਆਂ ਪੋਥੀਆਂ, ਵੀ ਇਹਨਾਂ ਦਾ ਚਾਲ ਢਾਲ, ਢੰਗ, ਤਰੀਕਾ, ਰਾਜ ਕਰਨ ਦਾ ਪਤਾ ਲੱਗ ਜੇ, ਫਿਰ ਇਹਨਾਂ ਕੋਲੋਂ ਰਾਜ ਖੋਹਣਾ। ਉਹ ਬੜੇ ਚਿਰ ਦੇ ਲੱਗੇ ਹੋਏ ਸੀ। 1803 ਆ ਗਿਆ ਹੁਣ, ਤੇ 1803 ਵਿੱਚ ਇਹ ਬਾਦਸ਼ਾਹ ਦਾ ਬਿਆਨ ਆਇਆ ਵੀ ਇਹ ਸਿੱਖ ਰਈਅਤ ਨੇ, ਇਹ ਕੋਈ ਬਹੁਤ ਵੱਡੇ ਬਹਾਦਰ ਜਾਂ ਕੋਈ ਬਹੁਤ ਵੱਡੇ ਰਾਜੇ ਰਜਵਾੜੇ ਖਾਨਦਾਨੀ ਬਾਦਸ਼ਾਹ ਨਹੀਂ, ਨਾ ਇਹਨਾਂ ਨੂੰ ਸਾਡੇ ਵੱਲੋਂ ਕੋਈ ਪਰਵਾਨਾ ਰਾਜ ਕਰਨ ਦਾ। ਤਾਂ ਅੰਗਰੇਜ਼ ਸੋਚਣ ਲੱਗ ਪਏ ਜੇ ਬਾਦਸ਼ਾਹ ਵੱਲੋਂ ਇਹਨਾਂ ਨੂੰ ਪ੍ਰਵਾਨਗੀ ਕੋਈ ਨਹੀਂ, ਇਹ ਆਮ ਜੱਟ ਬੂਟ ਇਕੱਠੇ ਹੋਏ ਨੇ ਤੇ ਬਗਾਵਤ ਕਰਕੇ ਕਬਜ਼ਾ ਕਰਕੇ ਬਹਿ ਗਏ ਨੇ, ਤੇ ਆਪਾਂ ਕਿਉਂ ਨਾ ਇਹਨਾਂ ਕੋਲੋਂ ਰਾਜ ਖੋਹ ਕੇ ਆਪਣੇ ਅਧੀਨ ਕਰ ਲਈਏ। ਦੁਸ਼ਟ ਮੁਗਲ ਤਬ ਖੁਸ਼ੀਆਂ ਭਰਿਓ। ਜਦੋਂ ਅੰਗਰੇਜ਼ ਇਹ ਸੋਚਣ ਲੱਗ ਪਏ ਤੇ ਮੁਗਲ ਬਾਦਸ਼ਾਹ ਖੁਸ਼ੀਆਂ ਮਨਾਉਣ ਲੱਗ ਪਿਆ। ਜਿਹੜੇ ਉਹਨਾਂ ਦੇ ਪੱਖੀ ਸਨ, ਪੰਥ ਦੇ ਦੋਖੀ ਸਨ, ਉਹ ਕਹਿੰਦੇ ਚੰਗਾ ਹੋਇਆ ਇਹ ਸਿੱਖ ਸਾਡੇ ਤੋਂ ਰਾਜ ਖੋਹਦੇ ਸੀ, ਇਹਨਾਂ ਨੂੰ ਅੰਗਰੇਜ਼ ਟੱਕਰ ਪਏ ਨੇ, ਅਸੀਂ ਵਿੱਚੋਂ ਨਿਕਲ ਗਏ, ਅੰਗਰੇਜ਼ ਆਪੇ ਇਹਨਾਂ ਨੂੰ ਦੱਬ ਲੈਣਗੇ। ਦੋਹਰਾ ਤੁਰਕ ਨਾ ਖੁਸ਼ੀਆਂ ਕਿਮ ਕਰੈ, ਕਿਮ ਕਹੈ ਨਾ ਖੋਟੀ ਬਾਤ। ਕਵੀ ਜੀ ਕਹਿੰਦੇ ਨੇ ਵੀ ਇਹ ਮੁਗਲ ਕਿਉਂ ਨਾ ਖੁਸ਼ੀਆਂ ਮਨਾਉਣ, ਕਿਉਂ ਨਾ ਖੋਟੀਆਂ ਗੱਲਾਂ ਕਰਨ। ਹਾਂਜੀ, ਤੁਰਕਨ ਆਓ ਹਿੰਦੂਆਂ ਹੁਤੋ ਦੀਨ ਮਜਬ ਕੋ ਘਾਤ। ਕਿਉਂਕਿ ਬੜਾ ਪੁਰਾਣਾ 700-800 ਸਾਲ ਦਾ ਹਿੰਦੂਆਂ ਤੇ ਮੁਸਲਮਾਨਾਂ ਦਾ ਜੰਗ ਚੱਲਿਆ ਆ ਰਿਹਾ ਸੀ। ਉਹ ਨਹੀਂ ਸੀ ਚਾਹੁੰਦੇ ਵੀ ਕੋਈ ਹਿੰਦੂ ਕੌਮ, ਹਿੰਦੁਸਤਾਨੀ ਕੌਮ, ਉਹ ਸਾਨੂੰ ਉਦੋਂ ਹਿੰਦੂ ਹੀ ਸਮਝਦੇ ਸਨ ਨਾ। ਜਿਵੇਂ ਸੂਰਜ ਪ੍ਰਕਾਸ਼ ਵਿੱਚ ਵੀ ਆਉਂਦਾ ਵੀ ਬਾਦਸ਼ਾਹ ਜਹਾਂਗੀਰ ਸਤਿਗੁਰੂ ਨੂੰ ਹਿੰਦੂਆਂ ਦਾ ਪੀਰ ਕਹਿੰਦਾ, ਗੁਰੂ ਹਰਗੋਬਿੰਦ ਸਾਹਿਬ ਨੂੰ। ਇੱਕ ਵਾਰੀ ਅਸੀਂ ਕਥਾ ਗੁਰਪ੍ਰਤਾਪ ਦੀ ਕਰ ਰਹੇ ਤੇ ਸਾਡੇ ਇੱਕ ਭਾਈ ਉੱਠ ਕੇ ਖੜੇ ਹੋ ਗਏ, ਕਹਿੰਦੇ ਜੀ ਹਿੰਦੂਆਂ ਦਾ ਪੀਰ ਕਿਉਂ ਕਹੀ ਜਾਂਦੇ ਹੋ? ਉਹ ਮੈਂ ਕਿਹਾ ਭਲੇ ਮਾਨਸਾ ਗੱਲ ਸਮਝ ਵੀ ਉਹ ਜਹਾਂਗੀਰ ਕਹਿ ਰਿਹਾ ਗੁਰੂ ਸਾਹਿਬ ਨੂੰ, ਕਿਉਂਕਿ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿੰਨੀ ਸੰਗਤ ਸੀ ਨਾ, ਉਹ ਜ਼ਿਆਦਾਤਰ
ਹਿੰਦੂ ਸਮਾਜ ਵਿੱਚੋਂ ਨੇੜੇ ਆਈ ਸੀ। ਮੁਸਲਮਾਨ ਵੀ ਕੁਝ ਵਿਰਲੇ ਵਿਰਲੇ ਸਨ, ਪਰ ਹਿੰਦੂ ਜ਼ਿਆਦਾ ਗੁਰੂ ਨਾਲ ਜੁੜੇ ਸਨ, ਇਸ ਕਰਕੇ ਉਹ ਕਹਿੰਦੇ ਸੀ ਵੀ ਹਿੰਦੂਆਂ ਦਾ ਪੀਰ ਹੈ। ਯਾਨੀ ਗੱਲ ਨੂੰ ਅਸੀਂ ਸਮਝਦੇ ਨਹੀਂ, ਵਿਚਾਰਦੇ ਨਹੀਂ ਵੀ ਕਿਹੜੇ ਸਮੇਂ ਦੀ ਗੱਲ ਹੈ, ਕਿਹੜੇ ਹਾਲਾਤਾਂ ਦੀ ਗੱਲ ਹੈ, ਤੇ ਅਸੀਂ ਵਿਵਾਦ ਬੜੇ ਛੇੜ ਲੈਂਦੇ ਹਾਂ। ਸੋ ਇੱਥੇ ਕਵੀ ਰਤਨ ਸਿੰਘ ਜੀ ਕਹਿੰਦੇ ਆ ਵੀ ਹਿੰਦੂਆਂ ਦਾ ਤੇ ਤੁਰਕਾਂ ਦਾ ਬੜਾ ਪੁਰਾਣਾ ਜੰਗ ਚੱਲਿਆ ਹੁੰਦਾ ਸੀ, ਫਿਰ ਕਿਉਂ ਨਾ ਬਾਦਸ਼ਾਹ ਸਿੱਖਾਂ ਦੇ ਖਿਲਾਫ ਉਹ ਜ਼ਹਿਰ ਉਗਲਦਾ। ਚੌਪਈ ਕਈ ਬਰਸ ਇਮ ਬੀਤਤ ਭਏ, ਕਈ ਸਾਲ ਏਦਾਂ ਲੰਘਦੇ ਗਏ। ਰਣਜੀਤ ਸਿੰਘ ਮੁਲਖਈਆ ਸੰਤਏ, 4 ਸਾਲ ਹੋਰ ਲੰਘ ਗਏ। ਇਹ ਗੱਲ ਜਿਹੜੀ ਹੋਈ ਨਾ, ਇਹਦੇ ਤੋਂ 4 ਸਾਲ ਬਾਅਦ ਸ਼ੇਰੇ ਪੰਜਾਬ ਰਣਜੀਤ ਸਿੰਘ ਮਹਾਰਾਜਾ ਦਿੱਲੀ ਨੂੰ ਤੁਰ ਪਿਆ ਵੀ ਚਲੋ ਪਹਿਲਾਂ ਤਾਂ ਸਤਲੁਜ ਦੀਆਂ ਉੱਪਰਲੀਆਂ ਰਿਆਸਤਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਸਰ ਕਰੀਏ। ਪਹਿਲਾਂ ਉਹਨੇ ਪਰਲਾ ਪਾਸਾ ਸਰ ਕੀਤਾ। 11 ਮਿਸਲਾਂ ਸਤਲੁਜ ਤੋਂ ਪਰੇ ਰਾਜ ਕਰ ਰਹੀਆਂ ਸੀ। ਭੰਗੀਆਂ ਦੀ ਮਿਸਲ, ਕਨਈਆਂ ਦੀ ਮਿਸਲ, ਨਕਈਆਂ ਦੀ ਮਿਸਲ, ਸੂਕਰ ਚੱਕੀਆਂ ਦੀ ਮਿਸਲ, ਸਿੰਘਪੁਰੀਆਂ ਦੀ ਮਿਸਲ, ਇਸੇ ਤਰ੍ਹਾਂ ਹੋਰ ਜਿਹੜੀਆਂ ਡੱਲੇ ਵਾਲੀਆਂ ਦੀ ਮਿਸਲ, ਇਹ 11 ਮਿਸਲਾਂ ਸੀ ਨਾ, ਉਹਨੇ ਤੋੜ ਕੇ ਤੇ ਆਪਣੇ ਇੱਕ ਰਾਜ ਥੱਲੇ ਕਰ ਲਈਆਂ। ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਸਾਰੇ ਸਿੰਘਾਂ ਸਰਦਾਰਾਂ ਨੂੰ ਸਮਝਾ ਵੀ ਦਿੱਤਾ ਵੀ ਸਿੰਘੋ, ਆਪਣਾ ਰਾਜ ਤਾਂ ਹੀ ਕਾਇਮ ਰਹਿਣਾ ਜੇ ਆਪਾਂ ਇੱਕ ਬਾਦਸ਼ਾਹ ਬਣਾਵਾਂਗੇ, ਤੇ ਜੇ ਆਪਾਂ ਖਿੰਡੇ ਪੁੰਡੇ ਰਹਿ ਗਏ ਤੇ ਆਪਸ ਤਲਵਾਰ ਖੜਕਦੀ ਰਹੇਗੀ, ਦੁਸ਼ਮਣ ਸਾਨੂੰ ਦੱਬ ਲਏਗਾ। ਸੋ ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਅੱਛਾ ਰੱਜ ਕੇ ਰਾਜ ਕਮਾਏ ਗਿਆ। ਉਹਦੇ ਬਾਰੇ ਸ਼ਾਹ ਮੁਹੰਮਦ ਨੇ ਲਿਖਿਆ ਹੈ ਨਾ ਕਿ ਬੜਾ ਬਲੀ ਸੀ ਉਹ, ਉਹਦਾ ਪ੍ਰਤਾਪ ਬੜਾ ਸੀ, ਗੁਰੂ ਨੇ ਭੇਜਿਆ ਸੀ ਉਹਨੂੰ। ਉਸ ਬਲੀ ਰਾਜੇ ਨੇ ਸਤਲੁਜ ਦੀਆਂ ਪਰਲੀਆਂ ਰਿਆਸਤਾਂ ਸਾਰੀਆਂ ਆਪਣੇ ਅਧੀਨ ਕਰ ਲਈਆਂ। ਕਿਸੇ ਨੂੰ ਜਗੀਰਾਂ ਲਾਤੀਆਂ, ਕਿਸੇ ਨੂੰ ਕਿਸੇ ਤਰ੍ਹਾਂ, ਕਿਸੇ ਨੂੰ ਕਿਸੇ ਤਰ੍ਹਾਂ। ਸਾਰਾ ਰਾਜ ਕਾਇਮ ਕਰਨ ਤੋਂ ਬਾਅਦ ਉਹਨੇ ਸੋਚਿਆ ਵੀ ਜਿਹੜੀਆਂ ਸਤਲੁਜ ਤੋਂ ਪਰਲੀਆਂ ਪੂਰਬ ਵਾਲੇ ਪਾਸੇ ਦੀਆਂ ਰਿਆਸਤਾਂ ਨੇ, ਮਹਾਰਾਜਾ ਪਟਿਆਲਾ, ਮਹਾਰਾਜਾ ਨਾਭਾ, ਮਹਾਰਾਜਾ ਜੀਂਦ, ਮਹਾਰਾਜਾ ਫਰੀਦਕੋਟ ਤੇ ਮਹਾਰਾਜਾ ਕੈਥਲ, ਇਹ 5 ਰਾਜੇ ਹੈ। ਇਹਨਾਂ 5 ਰਾਜਿਆਂ ਨੂੰ ਵੀ ਆਪਣੇ ਅਧੀਨ ਕਰੀਏ। ਹਾਲਾਂਕਿ ਉਹਦੇ ਨਾਨਕੇ ਵੀ ਸਨ, ਕਿਉਂਕਿ ਮਹਾਰਾਜਾ ਸਾਹਿਬ ਜੀਂਦ ਸਰਦਾਰ ਗਜਪਤ ਸਿੰਘ ਦੀ ਬੇਟੀ, ਜਿਹੜੀ ਸ਼ੇਰੇ ਪੰਜਾਬ ਦੀ ਮਾਂ ਸੀਗੀ, ਮਹਾਰਾਜਾ ਰਣਜੀਤ ਸਿੰਘ ਨਾਨਾ ਸੀ ਜੀਂਦ ਵਾਲਾ ਰਾਜਾ। ਤੇ ਇਸੇ ਨਾਤੇ ਸਾਰੇ ਨਾਨਕੇ ਹੀ ਲੱਗਦੇ ਸੀ, ਪਟਿਆਲੇ ਵਾਲੇ ਵੀ, ਨਾਭੇ ਵਾਲੇ ਵੀ। ਰਾਜਾ ਸਾਹਿਬ ਸਿੰਘ ਕਹਿੰਦੇ ਮਾਮਾ ਲੱਗਦਾ ਸੀ ਉਹਦਾ, ਰਿਸ਼ਤੇਦਾਰੀ ਵਿੱਚੋਂ, ਸ਼ਰੀਕੇ ਵਿੱਚੋਂ ਸੀ ਨਾ। ਤੇ ਇਹ ਸਾਰੇ ਰਾਜੇ ਇਕੱਠੇ ਹੋ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਆਇਆ ਨਾ ਪਟਿਆਲੇ, ਤੇ ਕਹਿੰਦੇ ਆ ਵੀ ਰਾਣੀ ਵੱਡੀ ਜਿਹੜੀ ਸੀ ਸਾਹਿਬ ਕੌਰ ਦੀ ਮਾਂ, ਸਾਹਿਬ ਸਿੰਘ ਦੀ ਮਾਂ ਜਿਉਂਦੀ ਸੀ, ਤੇ ਸਾਹਿਬ ਸਿੰਘ ਨੂੰ ਜਾ ਕੇ ਪੈਰੀ ਪੈਣਾ ਕਿਹਾ ਰਣਜੀਤ ਸਿੰਘ ਨੇ, ਮਾਮਾ ਜੀ ਮੈਰੀ ਪੈਣਾ। ਉਹ ਕਹਿੰਦੇ ਪੁੱਤ ਆ ਜਾ, ਆਪਾਂ ਕਿਲੇ ਵਿੱਚ ਚੱਲੀਏ, ਤੇਰੀ ਨਾਨੀ ਉਡੀਕਦੀ ਹੈ, ਮਿਲਣਾ ਚਾਹੁੰਦੀ ਹੈ ਮਾਤਾ ਨੂੰ। ਉਹ ਫਿਰ ਅੰਦਰ ਲੈ ਗਿਆ ਆਪਣੀ ਮਾਂ ਦੇ ਕੋਲ, ਤੇ ਉਹਨੂੰ ਵੀ ਉਹਨੇ ਨਮਸਕਾਰ ਕੀਤੀ। ਅਜੇ ਰਣਜੀਤ ਸਿੰਘ ਦੀ ਉਮਰ ਚੜ੍ਹਦੀ ਸੀ, ਯਾਨੀ ਕਿ 25 ਸਾਲ ਦੀ ਉਮਰ ਸੀਗੀ, ਤੇ ਸਾਹਿਬ ਸਿੰਘ ਥੋੜਾ ਜਿਹਾ ਵਡੇਰਾ ਸੀਗਾ, ਰਾਜਾ ਪਟਿਆਲੇ ਵਾਲਾ। ਤੇ ਕਹਿੰਦੇ ਉਹਨੇ ਜਾ ਕੇ ਜਦੋਂ ਨਾਨੀ ਨੂੰ ਮੱਥਾ ਟੇਕਿਆ, ਉਹਨੇ ਪਿਆਰ ਕੀਤਾ। ਤੇ ਸਾਹਿਬ ਸਿੰਘ ਕਹਿੰਦਾ ਭਾਣਜਾ, ਰਾਜੇ ਕਿਸੇ ਦੇ ਮਾਮੇ ਨਹੀਂ ਹੁੰਦੇ, ਕਾਕਾ ਹੁਣ ਤੂੰ ਆ ਗਿਆ ਸਾਡੇ ਕਾਬੂ, ਹੁਣ ਦੱਸ ਕਿਵੇਂ ਨਿਕਲੇਗਾ। ਰਣਜੀਤ ਸਿੰਘ ਪੈਰੀ ਪੈ ਕਹਿਣ ਲੱਗਾ, ਨਾਨਕਿਆਂ ਦੇ ਘਰੋਂ ਮੈਂ ਸਗਨ ਲੈ ਕੇ ਜਾਵਾਂਗਾ, ਐਵੇਂ ਨਹੀਂ ਜਾਂਦਾ। ਉਹਨੇ ਵੀ ਪਿਆਰ ਕੀਤਾ ਬਜ਼ੁਰਗ ਮਾਈ ਨੇ। ਤੇ ਫਿਰ ਸਾਹਿਬ ਸਿੰਘ ਤੇ ਪੁੱਛਿਆ ਹੁਣ ਕਿੱਧਰ ਦੀ ਚੜ੍ਹਾਈ ਹੈ। ਇਹ ਵੀਰ ਮਰਗੇਸ਼ ਗ੍ਰੰਥ ਹੈ, ਬਾਬਾ ਵੀਰ ਸਿੰਘ ਜੀ ਨਰੰਗਾ ਬਾਦੀਆਂ ਦਾ ਜੀਵਨ, ਉਹਦੇ ਵਿੱਚ ਬਚਨ ਲਿਖੇ ਹੈ। ਕਹਿੰਦੇ ਸਾਹਿਬ ਸਿੰਘ ਰਾਜਾ ਜਿਹੜਾ ਸੀ ਨਾ, ਮਹਾਰਾਜਾ ਆਲਾ ਸਿੰਘ ਦਾ ਪੜਪੋਤਰਾ ਸੀਗਾ, ਅਮਰ ਸਿੰਘ ਦਾ ਪੁੱਤਰ, ਸਰਦੂਲ ਸਿੰਘ ਦਾ ਪੋਤਰਾ, ਤੇ ਰਾਜੇ ਆਲਾ ਸਿੰਘ ਦਾ ਪੜਪੋਤਰਾ। ਤੇ ਉਹ ਕਹਿੰਦੇ ਕਸ਼ਹਿਰਾ ਰੱਖਦਾ ਸੀ, ਤੇ ਖੇਸ ਦੀ ਬੁੱਕਲ ਮਾਰ ਕੇ ਰੱਖਦਾ ਸੀ, ਤੇ ਢਾਲ ਤਲਵਾਰ ਹਰ ਵੇਲੇ ਕੋਲ ਰੱਖਦਾ ਸੀ। ਤੇ ਉਹਨੇ ਪੁੱਛਿਆ ਇਹ ਫੌਜਾਂ ਕਿੱਧਰ ਚੱਲੀਆਂ ਸਿੰਘਾਂ ਦੀਆਂ? ਕਹਿੰਦਾ ਮਾਮਾ ਜੀ ਦਿੱਲੀ ਫਤਿਹ ਕਰਨ ਚੱਲੇ ਆ। ਉਹ ਕਹਿੰਦਾ ਪੁੱਤ ਆ ਜਿਹੜੇ ਮੁੰਡੇ ਤੂੰ ਭਰਤੀ ਕੀਤੇ ਆ ਨਾ, ਇਹਨਾਂ ਨੇ ਅੰਗਰੇਜ਼ਾਂ ਦੀ ਝਾਲ ਨਹੀਂ ਉਹ ਚੱਲਣੀ। ਸਿੰਘ ਤਾਂ ਠੀਕ ਹਨ, ਸੂਰਮੇ ਹਨ, ਪਰ ਮੇਰੀ ਸਲਾਹ ਮੰਨੇ ਤੇ ਵਾਪਸ ਚਲਾ ਜਾ,
ਕਿਉਂਕਿ ਅਜੇ ਤੇਰੀ ਤਿਆਰੀ ਓਨੀ ਨਹੀਂ ਵੀ ਤੂੰ ਦਿੱਲੀ ਫਤਿਹ ਕਰ ਲਵੇਂ, ਕਿਤੇ ਮਜ਼ਾਕ ਨਾ ਬਣੇ। ਐਸੀ ਹਾਲਾਤ ਸੀਗੀ ਉਦੋਂ, ਅੰਗਰੇਜ਼ਾਂ ਕੋਲ ਤਾਕਤ ਜ਼ਿਆਦਾ ਸੀਗੀ। ਕਹਿੰਦੇ ਫਿਰ ਰਾਜੇ ਪਟਿਆਲੇ, ਰਾਜੇ ਨਾਭੇ, ਰਾਜੇ ਜੀਂਦ ਵਾਲੇ ਜਦੋਂ ਰਣਜੀਤ ਸਿੰਘ ਵਾਪਸ ਪਰਤਿਆ ਨਾ, ਉਹਨਾਂ ਨੇ ਸੋਚਿਆ ਵੀ ਇਹ ਮੁੰਡਾ ਸਾਨੂੰ ਖਰਾਬ ਕਰੇਗਾ, ਇਹਨੇ ਪਰਲੀਆਂ ਰਿਆਸਤਾਂ ਸਾਰੀਆਂ ਦੱਬ ਲੀਆਂ, ਇਹ ਸਾਨੂੰ ਨਹੀਂ ਛੱਡੇਗਾ। ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ 'ਚ ਗੱਲ ਆਉਂਦੀ ਕਿ ਮਲਵਈ ਰਾਜੇ 5 ਰਾਜੇ ਇਕੱਠੇ ਹੋਏ, ਫਰੀਦਕੋਟ, ਨਾਭਾ, ਪਟਿਆਲਾ, ਜੀਂਦ ਤੇ ਕੈਥਲ। 5 ਰਾਜੇ ਸਲਾਹ ਕਰਦੇ ਆ, ਜਿਹੜੀ ਉਹਨਾਂ ਨੇ ਉਸੇ ਮੁਹਾਵਰਾ ਵਰਤਿਆ, ਉਹ ਕਹਿੰਦਾ ਇੱਕ ਪਾਸੇ ਹੈਜੇ ਦੀ ਬਿਮਾਰੀ ਹੈ, ਇੱਕ ਪਾਸੇ ਟੀਬੀ ਦੀ ਬਿਮਾਰੀ ਹੈ। ਇਹ ਗੱਲ ਉਹਨਾਂ ਨੇ ਆਪਸ ਕੀਤੀ ਵੀ ਇੱਕ ਪਾਸੇ ਹੈਜਾ, ਇੱਕ ਪਾਸੇ ਟੀਬੀ। ਕਹਿੰਦੇ ਹੈਜਾ ਹੋ ਜਾਏ ਤੇ ਬੰਦਾ 1-2 ਦਿਨ 'ਚ ਹੀ ਚੱਲ ਬਸਦਾ, ਹੈਜਾ ਹੋਇਆ, ਉਲਟੀਆਂ 2 ਆਈਆਂ ਤੇ ਗਿਆ, ਭਾਵੇਂ ਘੰਟੇ 'ਚ ਹੀ ਮਰ ਜਾਵੇ। ਤੇ ਕਹਿੰਦੇ ਜਿਹੜਾ ਟੀਬੀ ਦੀ ਬਿਮਾਰੀ ਹੈ, ਉਹ ਕਹਿੰਦੇ ਸਾਲ 6 ਮਹੀਨੇ ਬੰਦਾ ਕੱਢ ਜਾਂਦਾ, 2 ਸਾਲ ਵੀ ਕੱਢ ਜਾਂਦਾ, 10 ਸਾਲ ਵੀ ਕੱਢ ਜਾਂਦਾ। ਟੀਬੀ ਮੰਜੇ ਤੇ ਪਿਆ ਪਿਆ ਕੇ ਭਾਵੇਂ ਚਲੋ ਜਿਉਂਦਾ ਤੇ ਹੈ ਨਾ। ਕਹਿੰਦੇ ਜਿਹੜਾ ਤੇ ਰਣਜੀਤ ਸਿੰਘ ਇਹ ਤੇ ਹੈਜਾ, ਇਹਨੇ ਤੇ ਇੱਕੋ ਵਾਰੀ ਆ ਕੇ ਦੱਬਣਾ ਤੇ ਚੱਕ ਦੇਣਾ ਫੱਟਾ, ਸਾਫ਼ ਸਾਫ਼ ਕਰ ਦੇਣਾ, ਸਾਡੀ ਰਿਆਸਤ ਮਾਲਵਿਆਂ ਦੀ ਖਤਮ ਕਰ ਦੇਣੀ। ਤੇ ਜੇ ਅੰਗਰੇਜ਼ਾਂ ਵੱਲ ਵੇਖੀਏ, ਖਾਣਾ ਤੇ ਉਹਨਾਂ ਨੇ ਵੀ ਸਾਨੂੰ ਹੈ, ਪਰ ਉਹ ਟੀਬੀ ਦੀ ਤਰ੍ਹਾਂ ਹੌਲੇ 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 ਸਹਿ ਸਹਿ ਕੇ ਮਾਰਨਗੇ। 150 ਸਾਲ ਅਸੀਂ ਕੱਢ ਤੇ ਲਵਾਂਗੇ ਨਾ ਉਹਨਾਂ ਦੇ ਥੱਲੇ ਰਹਿ ਕੇ। ਆਪਾਂ ਇੰਜ ਕਰੀਏ, ਆਪਾਂ ਅੰਗਰੇਜ਼ਾਂ ਨਾਲ ਸੰਧੀ ਕਰ ਲਈਏ, ਇਹ ਰਣਜੀਤ ਸਿੰਘ ਤੋਂ ਆਪਾਂ ਥੋੜਾ ਜਿਹਾ ਕਿਨਾਰਾ ਕਰ ਜਾਈਏ। ਫਿਰ ਇਹ ਜਿਹੜੀ ਅੰਗਰੇਜ਼ਾਂ ਦੇ ਨਾਲ 5 ਰਾਜੇ, ਮਹਾਰਾਜਾ ਪਟਿਆਲਾ, ਮਹਾਰਾਜਾ ਨਾਭਾ, ਜੀਂਦ, ਕੈਥਲ ਤੇ ਮਹਾਰਾਜਾ ਫਰੀਦਕੋਟ ਨੇ ਅੰਗਰੇਜ਼ਾਂ ਨਾਲ ਸੰਧੀ ਕੀਤੀ। ਉਹ ਗੱਲ ਦਾ ਹੁਣ ਜ਼ਿਕਰ ਆ ਰਿਹਾ। ਰਣਜੀਤ ਸਿੰਘ ਜਦ ਮੁਲਖਈਏ ਸਤਾਏ, ਮੁਲਖਈਏ ਤੇ ਮਲਵਈਆਂ ਨੂੰ ਕਿਹਾ ਵੀ ਇਹ ਮੁਲਕ ਦੇ ਲੋਕ ਸੀ, ਆਪਣੇ ਸਿੰਘ ਸੀਗੇ, ਰਣਜੀਤ ਸਿੰਘ ਨੂੰ ਨਹੀਂ ਸੀ ਚਾਹੀਦਾ ਇਹਨਾਂ ਨੂੰ ਸਤਾਉਂਦਾ, ਬਲਕਿ ਪ੍ਰੇਮ ਨਾਲ ਲਾਂਦਾ ਨੇੜੇ। ਪਰ ਜਦੋਂ ਉਹਨੇ ਘੂਰ ਘੱਪ ਕੀਤੀ, ਇਹ ਜਾ ਕੇ ਅੰਗਰੇਜ਼ਾਂ ਨਾਲ ਰਲ ਗਏ। ਓਏ ਅੰਗਰੇਜ਼ਨ ਕੋ ਲੈ ਆਏ, ਉਹ ਅੰਗਰੇਜ਼ਾਂ ਨੂੰ ਲੈ ਆਏ। ਕਹਿੰਦੇ ਤੁਸੀਂ ਲੁਧਿਆਣੇ ਆ ਕੇ ਬਹਿ ਜਾਓ, ਰਣਜੀਤ ਸਿੰਘ ਪਰੇ ਰਾਜ ਕਰੀ ਜਾਵੇ, ਉਰਲੇ ਪਾਸੇ ਤੁਸੀਂ ਸਾਡੀ ਰਾਖੀ ਕਰੋ, ਅਸੀਂ ਤੁਹਾਡੇ ਅਧੀਨ ਰਹਿਣਾ ਚਾਹੁੰਦੇ ਹਾਂ, ਅਸੀਂ ਰਾਜੇ ਰਣਜੀਤ ਸਿੰਘ ਦੇ ਥੱਲੇ ਰਾਜ ਨਹੀਂ ਕਰਨਾ ਚਾਹੁੰਦੇ। ਹਾਂਜੀ। ਲੁਧਿਆਣਾ ਸੋਊ ਆਨ ਬਹਾਏ, ਸੋ 1807 ਦੇ ਵਿੱਚ ਲੁਧਿਆਣੇ ਦੇ ਵਿੱਚ ਆ ਕੇ ਅੰਗਰੇਜ਼ਾਂ ਨੇ ਛਾਉਣੀ ਪਾ ਲਈ ਪੱਕੀ। ਦੋਹਰਾ ਸਾਲ 1800 ਬਿਤੇ, ਅਦਕ 64 ਸੋਏ। 1864 ਵਿਕਰਮੀ ਹੈ, ਉਹਦੇ ਵਿੱਚੋਂ ਹੁਣ ਤੁਸੀਂ ਕੱਢ ਦਿਓ 57 ਸਾਲ ਤੇ ਕਿੰਨੇ ਰਹਿ ਗਏ, ਮੇਰਾ ਖਿਆਲ 1807-8 ਦਾ ਸਮਾਂ ਬਣ ਜਾਂਦਾ। ਇਸ ਸਮੇਂ ਵਿੱਚ ਮਹਾਰਾਜਾ ਸਾਹਿਬ ਰਣਜੀਤ ਸਿੰਘ ਦਾ ਰਾਜ ਪਰਾਂ ਰਹਿ ਗਿਆ ਤੇ ਫਲੌਰ, ਸਤਲੁਜ ਤੋਂ ਪਰਲੇ ਪਾਸੇ ਟੱਪੋ ਨਾ ਤੁਸੀਂ ਦਰਿਆ ਫਲੌਰ, ਆਪਣਾ ਸਤਲੁਜ, ਤੇ ਖੱਬੇ ਪਾਸੇ ਕਿਲਾ ਦਿਸਦਾ ਮਹਾਰਾਜਾ ਰਣਜੀਤ ਸਿੰਘ ਦਾ, ਫਲੌਰ ਦਾ ਕਿਲਾ। ਹੁਣ ਉੱਥੇ ਪੁਲਿਸ ਦਾ ਟ੍ਰੇਨਿੰਗ ਸੈਂਟਰ ਹੈ, ਪੰਜਾਬ ਪੁਲਿਸ ਦਾ। ਉੱਥੇ ਉਹ ਜਿਹੜਾ ਫਲੌਰ ਦਾ ਕਿਲਾ ਹੈ, ਉਹ ਸਿੰਘਾਂ ਦੀ ਖਾਲਸੇ ਦੀ, ਯਾਨੀ ਪਰਲੇ ਪਾਸੇ ਛਾਉਣੀ ਪੈ ਗਈ, ਉਰਲੇ ਪਾਸੇ ਲੁਧਿਆਣੇ ਅੰਗਰੇਜ਼ਾਂ ਦੀ ਛਾਉਣੀ ਪੈ ਗਈ। ਮੋੜਿਓ ਪਾਰ ਉਤਾਰ 3 ਰਣਜੀਤ ਸਿੰਘ ਦਲ ਜੋਏ। ਸੋ ਅੰਗਰੇਜ਼ਾਂ ਦੇ ਜਦੋਂ ਮਹਾਰਾਜਾ ਪਟਿਆਲਾ ਨਾਭਾ ਨੇ ਅੰਗਰੇਜ਼ਾਂ ਨਾਲ ਸੰਧੀ ਕਰ ਲਈ, ਉਹਨਾਂ ਦੇ ਅਧੀਨ ਹੋ ਗਏ, ਤੇ ਫਿਰ ਮਹਾਰਾਜੇ ਦਾ ਦਲ ਰਣਜੀਤ ਸਿੰਘ ਦਾ ਪਰਲੇ ਪਾਸੇ ਜਾਣ ਨੂੰ ਮਜਬੂਰ ਹੋ ਗਿਆ। ਕੱਲੇ ਬਾਬਾ ਫੂਲਾ ਸਿੰਘ ਜੀ ਅਕਾਲੀ ਨਿਹੰਗ ਸਿੰਘਾਂ ਦਾ ਦਲ ਲੈ ਕੇ ਦਮਦਮੇ ਸਾਹਿਬ ਦੇ ਇਲਾਕੇ 'ਚ ਵਿਚਰਿਆ ਕਰਦੇ ਸੀਗੇ, ਕਿਉਂਕਿ ਉਹਨਾਂ ਵਾਸਤੇ ਉਰਲੇ ਵੀ ਆਪਣੇ ਸੀ, ਪਰਲੇ ਵੀ ਆਪਣੇ ਸੀ। ਉਹ ਤਾਂ ਮਹਾਂਪੁਰਸ਼ ਅਕਾਲ ਤਖਤ ਦੇ ਜਥੇਦਾਰ ਸਾਧੂ ਸਨ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਪਰਲੇ ਪਾਸੇ ਚਲਾ ਗਿਆ, ਬਾਬਾ ਫੂਲਾ ਸਿੰਘ ਜੀ ਜਿਉਣ ਲੱਗੇ ਮੁਕਤਸਰ ਦੇ ਇਲਾਕੇ ਤੋਂ ਤੁਰੇ, ਮਹਾਰਾਜਾ ਪਟਿਆਲਾ, ਨਾਭਾ, ਅੰਮ੍ਰਿਤ ਸੰਚਾਰ ਖੰਡੇ ਦਾ ਪਿੰਡਾਂ 'ਚ ਜਾ ਕੇ ਕਰਿਆ ਕਰਦੇ ਸੀ। ਉਹਨਾਂ ਦੀ ਅੰਗਰੇਜ਼ਾਂ ਨਾਲ ਟੱਕਰ ਹੋ ਗਈ। ਅੰਗਰੇਜ਼ਾਂ ਨਾਲ ਜਦੋਂ ਟੱਕਰ ਹੋ ਗਈ, 1300 ਨਿਹੰਗ ਸਿੰਘਾਂ ਦੀ ਫੌਜ ਸੀ ਬਾਬੇ ਫੂਲਾ ਸਿੰਘ ਕੋਲ। ਉਹ ਜਿੱਥੇ ਜਾਇਆ ਕਰੇ ਅੰਗਰੇਜ਼ਾਂ ਦੀ ਛਾਉਣੀ ਲੁੱਟ ਕੇ ਅਗਾਂਹ ਲੰਘ ਜਾ ਕਰੇ। ਕਹਿੰਦੇ ਉਹ ਦਮਦਮੇ ਤੋਂ ਲੈ ਕੇ ਅੰਗਰੇਜ਼ਾਂ ਦੀਆਂ ਸਾਰੀਆਂ ਛਾਉਣੀਆਂ ਹਿਲਾ ਕੇ ਤੇ ਆਨੰਦਪੁਰ ਸਾਹਿਬ ਹੋਲੇ ਮਹੱਲੇ ਜਾ ਪਹੁੰਚਿਆ। ਜਦੋਂ ਆਨੰਦਪੁਰ ਸਾਹਿਬ ਪਹੁੰਚੇ ਤੇ ਉੱਥੇ ਅੰਗਰੇਜ਼ਾਂ ਨੇ ਕੀ ਸਿਸਟਮ ਕੀਤਾ ਸੀ, ਮੇਲੇ ਦੇ ਉੱਤੇ 4 ਬਾਂਸ ਜੇ ਗੱਡ ਕੇ ਉੱਤੇ ਫੱਟੇ ਲਾ ਲੈਂਦੇ ਸੀ, ਉਹਦੇ ਤੇ ਇੱਕ ਪਾਦਰੀ ਖੜਾ ਕਰ ਦਿੰਦੇ ਸੀ। ਉਹ ਪੰਜਾਬੀ 'ਚ ਪ੍ਰਚਾਰ ਕਰਦਾ ਸੀ ਈਸਾਈ ਧਰਮ ਦਾ,
ਤੇ ਚਾਹ ਦੇ ਪੈਕਟ ਮੁਫਤ ਵੰਡਦਾ ਸੀਗਾ ਵੀ ਚਾਹ ਇਹ ਪੀ ਪਾਣੀ 'ਚ ਉਬਾਲੋ, ਇਹ ਬੜਾ ਸਵਾਦ ਦਿੰਦੀ ਹੈ, ਇਹ ਬੜਾ ਚੰਗੀ ਚੀਜ਼ ਹੈ, ਇਹਦੇ ਨਾਲ ਬੰਦਾ ਤੰਦਰੁਸਤ ਰਹਿੰਦਾ ਹੈ। ਇੱਦਾਂ ਦਾ ਪ੍ਰਚਾਰ ਚਾਹ ਦੇ ਪੈਕਟ ਵੰਡ ਕੇ ਤੇ ਨਾਲ ਕਹਿੰਦਾ ਸੀ ਵੀ ਈਸਾ ਮਸੀਹ ਨੇ ਇਹ ਸਾਡੇ ਲਈ ਸੁਗਾਤ ਭੇਜੀ ਹੈ, ਇਹ ਧਰਮ ਜਿਹੜਾ ਈਸਾਈ ਇਹਦੇ 'ਚ ਆਓ ਤੁਹਾਨੂੰ ਬੜੀਆਂ ਸਹੂਲਤਾਂ ਮਿਲਣਗੀਆਂ। ਨਾਲ ਨਾਲ ਈਸਾਈ ਧਰਮ ਦਾ ਪ੍ਰਚਾਰ ਕਰਦਾ ਸੀ। ਇੱਕ ਨਿਹੰਗ ਸਿੰਘ ਥੱਲਿਓਂ ਬੈਠਾ ਦੇਖੀ ਜਾਵੇ ਵੀ ਇਹ ਕੀ ਕਹੀ ਜਾਂਦਾ। ਪਹਿਲਾਂ ਤੇ ਉਹਨੂੰ ਉਹਦੀ ਸਮਝ ਹੀ ਨਾ ਆਈ, ਜਦੋਂ ਕਿ ਸਮਝ ਆਈ ਉਹ ਸਮਝ ਗਿਆ ਵੀ ਇਹ ਤੇ ਕੰਮ ਖਰਾਬ ਹੀ ਹੈ, ਇਹ ਤੇ ਤਖਤ ਖਾਲਸੇ ਦਾ ਹੈ ਤੇ ਇੱਥੇ ਈਸਾਈ ਧਰਮ ਦਾ ਪ੍ਰਚਾਰ ਕਰਦਾ। ਮਾਰ ਕੇ ਛਾਲ ਫੌਜ ਚੜ੍ਹ ਗਈ ਉੱਤੇ, ਝਟਕਿਆ ਉਹਦਾ ਸਿਰ ਤੇ ਬਰਛੇ ਤੇ ਟੰਗ ਕੇ ਈਸਾਈ ਦਾ, ਤੇ ਉਹ ਲੈ ਕੇ ਬਾਬੇ ਫੂਲਾ ਸਿੰਘ ਕੋਲ ਆ ਗਿਆ। ਬਾਬਾ ਜੀ ਕਹਿੰਦੇ ਕੀ ਕੀਤਾ? ਕਹਿੰਦਾ ਜੀ ਉਹ ਇੱਥੇ ਗੁਰੂ ਕੇ ਤਖਤ ਤੇ ਕੇਸਗੜ੍ਹ ਸਾਹਿਬ ਤੇ ਖਾਲਸੇ ਦਾ ਪ੍ਰਚਾਰ ਹੋਣਾ ਹੈ ਤੇ ਈਸਾਈਆਂ ਦਾ ਕਰੀ ਜਾਂਦਾ। ਉਹ ਜੰਗ ਹੋ ਗਿਆ ਉੱਥੇ, ਅੰਗਰੇਜ਼ ਕਹਿਣ ਵੀ ਇਹ ਤੇ ਬਾਬੇ ਫੂਲਾ ਸਿੰਘ ਨੂੰ ਗ੍ਰਿਫਤਾਰ ਕਰੋ। ਮਹਾਰਾਜੇ ਪਟਿਆਲੇ ਨੂੰ ਅੱਗੇ ਕਰਤਾ ਵੀ ਤੁਸੀਂ ਬਾਬਾ ਫੂਲਾ ਸਿੰਘ ਨੂੰ ਫੜ ਕੇ ਸਾਡੇ ਹਵਾਲੇ ਕਰ ਦਿਓ। ਮਹਾਰਾਜਾ ਨਾਭਾ ਤੇ ਪਟਿਆਲਾ ਜੀਂਦ ਰਾਜੇ ਬੜੇ ਸਿਆਣੇ ਸੀਗੇ, ਉਹਨਾਂ ਨੇ ਅੰਗਰੇਜ਼ਾਂ ਨੂੰ ਸਮਝਾਇਆ ਵੀ ਇਹ ਗੱਲ ਹੈ, ਬਾਬਾ ਫੂਲਾ ਸਿੰਘ ਜਿਹੜੇ ਸਾਧੂ ਮਹਾਂਪੁਰਸ਼ ਨੇ ਤੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ, ਸਾਡੀ ਪਬਲਿਕ ਵੀ ਸਾਡੇ ਉਲਟ ਹੋ ਜਾਏਗੀ ਤੇ ਜਿਹੜੀ ਪਿੱਛੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਹੈ ਉਹ ਵੀ ਸਾਡੇ ਉਲਟ ਹਮਲਾ ਕਰ ਦੇਗੀ। ਸੋ ਤੁਸੀਂ ਇਸ ਗੱਲ ਨੂੰ ਜਿਵੇਂ ਵੀ ਸਮਝੋ ਤੇ ਟਾਲੋ। ਅੰਗਰੇਜ਼ ਕਹਿਣ ਲੱਗੇ ਠੀਕ ਹੈ, ਅੱਜ ਤੋਂ ਬਾਅਦ ਹੋਲੇ ਮਹੱਲੇ ਦਾ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਕਰਿਆ ਕਰੇ, ਅਸੀਂ ਨਹੀਂ ਇਸ ਪ੍ਰਬੰਧ 'ਚ ਦਖਲ ਦੇਣਾ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਆਨੰਦਪੁਰ ਸਾਹਿਬ ਪੈਂਦਾ ਸੀ ਅੰਗਰੇਜ਼ਾਂ ਦੇ ਰਾਜ ਵਿੱਚ ਤੇ ਸਤਲੁਜ ਤੋਂ ਪਰਲਾ ਸੀ ਰਣਜੀਤ ਸਿੰਘ ਦਾ ਰਾਜ। ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਰਿਹਾ ਅੰਗਰੇਜ਼ ਆਨੰਦਪੁਰ ਨਹੀਂ ਵੜੇ। ਉਹ ਆਪਣਾ ਜਦੋਂ ਮੇਲਾ ਹੁੰਦਾ ਸੀ 10 ਦਿਨ ਪਹਿਲਾਂ ਹੀ ਉੱਥੋਂ ਡੰਡਾ ਡੇਰਾ ਚੁੱਕ ਕੇ ਉਰਾਂ ਹੋ ਜਾਂਦੇ ਸੀ, ਰੋਪੜ ਆ ਜਾਂਦੇ ਸੀ ਤੇ ਸ਼ੇਰੇ ਪੰਜਾਬ ਦੀ ਫੌਜ ਆ ਕੇ ਮੇਲੇ ਦਾ ਪ੍ਰਬੰਧ ਕਰਿਆ ਕਰਦੀ ਸੀ, ਹੋਲੇ ਮਹੱਲੇ ਦਾ। ਸੋ ਉਹ ਸਮੇਂ ਦੀ ਗੱਲਾਂ ਹੁਣ ਲਿਖ ਰਹੇ ਨੇ ਭਾਈ ਰਤਨ ਸਿੰਘ ਜੀ ਵੀ ਸਿੱਖਾਂ ਦਾ ਰਾਜ ਉਧਰ ਚਮਕਦਾ ਸੂਰਜ ਰਣਜੀਤ ਸਿੰਘ ਦਾ ਸੀ, ਇਧਰ ਅੰਗਰੇਜ਼ਾਂ ਦਾ ਸੀ। ਉਸ ਵੇਲੇ ਦਾ ਹਾਲਾਤ ਹੈ। ਹਾਂਜੀ। ਸੋਰਠਾ ਲੀਨੀ ਈਨ ਠਹਿਰਾਏ, ਸਤਦਰ ਵਪਾਰ ਨਾ ਹਮ ਲਖੈ। ਫਿਰ ਰੋਪੜ ਦੇ ਕੋਲ ਸੰਧੀ ਹੋਈ। ਰੋਪੜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਵੀ ਆਏ ਤੇ ਇਧਰੋਂ ਜਰਨਲ ਜਿਹੜਾ ਹਿੰਦੁਸਤਾਨ ਦਾ ਸੀਗਾ ਵਾਇਸਰਾਏ ਉਹ ਵੀ ਆਇਆ। ਦੋਵਾਂ ਦੀ ਬਹਿ ਕੇ ਸੰਧੀ ਹੋਈ ਵੀ ਅੰਗਰੇਜ਼ਾਂ ਨੇ ਲਿਖ ਦਿੱਤਾ ਵੀ ਸਤਲੁਜ ਤੋਂ ਪਰਾਂ ਅਸੀਂ ਨਹੀਂ ਆਉਂਦੇ ਤੇ ਸਤਲੁਜ ਤੋਂ ਉਰਾਂ ਤੁਸੀਂ ਨਾ ਆਇਆ ਜੇ, ਇਹ ਤੁਹਾਡੀ ਸਾਡੀ ਹੱਦਬੰਦੀ ਹੈ। ਇਹ ਪਰਾਂ ਸਿੱਖਾਂ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਹੇਗਾ ਤੇ ਉਰਲਾ ਰਾਜ ਜਿਹੜਾ ਇਹ ਮਹਾਰਾਜਾ ਪਟਿਆਲਾ ਨਾਭਾ ਜੀਂਦ ਜਿੰਨੇ ਰਾਜੇ ਨੇ ਅੰਗਰੇਜ਼ਾਂ ਦੇ ਪ੍ਰਬੰਧ ਵਿੱਚ ਰਾਜ ਕਰਨਗੇ। ਮੁਲਕ ਖਈਨ ਦਿਲਾਸਾ ਲਾਏ, ਮੁਲਕ ਮਫੂਜਾ ਲਿਖ ਦਿਓ। ਇਧਰੋਂ ਇਹਨਾਂ ਰਾਜਿਆਂ ਨੂੰ ਵੀ ਅੰਗਰੇਜ਼ਾਂ ਨੇ ਦਿਲਾਸਾ ਦਿੱਤਾ ਵੀ ਅਸੀਂ ਤੁਹਾਡਾ ਰਾਜ ਜ਼ਬਤ ਨਹੀਂ ਕਰਾਂਗੇ, ਤੁਸੀਂ ਸਾਡੇ ਨਾਲ ਰਹੋਗੇ, ਅਸੀਂ ਤੁਹਾਨੂੰ ਰਾਜ ਕਰਨ ਦਿਆਂਗੇ, ਸਾਡੀ ਮਦਦ ਤੁਸੀਂ ਕਰਨੀ ਹੈ, ਅਸੀਂ ਤੁਹਾਡੀ ਕਰਨੀ ਹੈ। ਇਹ 1807 ਦੇ ਵਿੱਚ ਲਿਖਤ ਪੱਕੀ ਹੋ ਗਈ। ਹਾਂਜੀ। ਦੋਹਰਾ ਸੋ ਬਾਤ ਉਨ ਚਿਤ ਰੱਖੀ, ਲੂਣੀ ਅਖਤਰ ਜਰਨੈਲ। ਉਹ ਲੂਣੀ ਅਖਤਰ ਜਰਨੈਲ ਜਿਹੜਾ ਸੀ ਉਹਨੇ ਉਹ ਜਿਹੜੀ ਬਾਦਸ਼ਾਹ ਗੌਹਰ ਅਲੀ ਦੀ ਗੱਲ ਲਿਖੀ ਹੋਈ ਸੀ ਨਾ ਆਪਣੇ ਰਜਿਸਟਰ ਦੇ ਵਿੱਚ ਆਫਟਰ ਲੋਨੀ ਨੇ, ਉਹ ਅਜੇ ਉਦਾਂ ਹੀ ਪਈ ਸੀ। ਲੁਧਿਆਣਾ ਆਏ ਪੁੱਛੇ, ਭਇਓ ਸਿੰਘਨ ਸਿਓ ਮੇਲ। ਆਫਟਰ ਲੋਨੀ ਜਰਨੈਲ ਲੁਧਿਆਣੇ ਆਇਆ, ਛਾਉਣੀ ਜੋ ਬਣ ਗਈ ਸੀ ਇੱਥੇ। ਜਦੋਂ ਇੱਥੇ ਆਇਆ ਉਹਨੇ ਫੇਰ ਉਹ ਗੱਲ ਪੁੱਛੀ, ਕਹਿਣ ਲੱਗਾ ਵੀ ਇਹ ਜਿਹੜੇ ਸਿੱਖ ਨੇ ਤੁਹਾਡਾ ਵੀ ਸਿੰਘੋ ਰਾਜ ਕਿਵੇਂ ਬਣਿਆ, ਕਿਸ ਤਰ੍ਹਾਂ ਤੁਸੀਂ ਰਾਜੇ ਬਣੇ ਹੋ, ਕਿਵੇਂ ਤੁਹਾਨੂੰ ਰਾਜ ਦਿੱਤਾ, ਕਿਹਨੇ ਦਿੱਤਾ? ਇਹ ਕਹਾਣੀ ਉਹਨੇ ਫਿਰ ਇਹਦੀ ਤਸਦੀਕ ਕੀਤੀ, ਇਹਦੀ ਪੁੱਛ ਪੜਤਾਲ ਕੀਤੀ। ਚਾਉ ਪਈ ਤਬ ਜਰਨੈਲ ਸੋਚ ਚਿਤ ਆਈ। ਉਹ ਜਦੋਂ ਹੁਣ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤੇ ਅੰਗਰੇਜ਼ ਸੋਚਣ ਲੱਗ ਪਿਆ ਵੀ ਇਹ ਗੱਲ ਮੈਂ ਭੇਜਣੀ ਹੈ ਉੱਥੇ ਲੰਡਨ ਦੇ ਵਿੱਚ ਤੇ ਕੱਲ ਨੂੰ ਕੋਈ ਕੱਚੀ ਗੱਲ ਨਿਕਲ ਆਈ, ਝੂਠੀ ਨਿਕਲ ਆਈ ਤੇ ਫਿਰ ਬੜਾ ਮੈਨੂੰ ਮੇਰੀ ਜ਼ਿੰਮੇਵਾਰੀ ਹੈ ਤੇ ਮੈਨੂੰ ਜਵਾਬਦੇਹੀ ਹੋਵੇਗੀ। ਉਹਦੇ ਸੋਚ ਆਈ ਦਿਮਾਗ ਦੇ ਵਿੱਚ ਵੀ ਇਹ ਗੱਲ ਪੂਰੀ ਤਰ੍ਹਾਂ ਪੱਕੀ ਤਰ੍ਹਾਂ ਖੋਜੀ ਜਾਣੀ ਚਾਹੀਦੀ ਹੈ। ਹੋਤੇ ਜੋ ਬਾਤ ਪਤਸ਼ਾਹ ਲਿਖਾਈ, ਜੋ ਦਿੱਲੀ ਦੇ ਬਾਦਸ਼ਾਹ ਨੇ ਗੱਲ ਲਿਖਾਈ ਹੈ ਉਹਦੇ ਵਿੱਚ ਵੀ ਮੈਨੂੰ ਝੂਠ ਨਜ਼ਰ ਆਉਂਦਾ। ਉਹ ਅੰਗਰੇਜ਼ ਸੋਚਣ ਲੱਗ ਪਿਆ ਵੀ ਉਹਦੀ ਗੱਲ ਨਿਰੀ ਪੂਰੀ ਸੱਚੀ ਨਹੀਂ ਹੈ। ਜਰਨੈਲ ਅੱਗੇ ਥੇ ਮਾਲੀ ਕਪਤਾਨ। ਉਸ ਆਫਟਰ ਲੋਨੀ ਦਾ ਅੱਗੇ ਜੂਨੀਅਰ ਸੀਗਾ ਇੱਕ
ਅੱਗੇ ਕੰਮ ਕਰਨ ਵਾਲਾ, ਉਹਦਾ ਨਾਮ ਸੀ ਕੈਪਟਨ ਮਰੇ, ਪਰ ਸਿੱਖਾਂ ਦੀ ਬੋਲੀ 'ਚ ਉਹਨੂੰ ਮਾਲੀ ਲਿਖਿਆ ਭਾਈ ਰਤਨ ਸਿੰਘ, ਮਾਲੀ ਕਪਤਾਨ। ਉਹ ਜਿਹੜਾ ਮਾਲੀ ਕਪਤਾਨ ਯਾਨੀ ਕੈਪਟਨ ਮਰੇ ਸੀਗਾ, ਉਹਨੂੰ ਆਫਟਰ ਲੋਨੀ ਨੇ ਕਿਹਾ, ਜਿਹ ਜਾਣਤ ਹੈ ਬਹੁਤ ਜਹਾਨ। ਜਿਹਨੂੰ ਸਾਰੀ ਦੁਨੀਆ ਖਾਸ ਕਰਕੇ ਪੰਜਾਬ ਵਾਲੀ ਜਾਣਦੀ ਹੈ, ਕਿਉਂਕਿ ਉਹ ਪੰਜਾਬ 'ਚ ਰਿਹਾ, ਲੁਧਿਆਣੇ ਦਾ। ਉਹ ਕਈ ਸਾਲ ਡਿਪਟੀ ਕਮਿਸ਼ਨ ਰਿਹਾ ਲੁਧਿਆਣੇ, ਅੰਬਾਲੇ ਤੇ ਕਰਨਾਲ, 3 ਜ਼ਿਲ੍ਹਿਆਂ ਦਾ। ਹਾਂਜੀ। ਤਿਸ ਕੋ ਕਹਿਓ ਜਰਨੈਲ ਬੁਲਾਏ। ਵੱਡੇ ਜਰਨੈਲ ਆਫਟਰ ਲੋਨੀ ਨੇ ਕੈਪਟਨ ਮਰੀ ਨੂੰ ਬੁਲਾ ਕੇ ਕਿਹਾ, ਬਹਾਏ ਪਾਸ ਉਸ ਖੂਬ ਸਮਝਾਏ। ਕੋਲ ਬਹਾ ਕੇ ਉਹਨੂੰ ਸਮਝਾਇਆ। ਸਿੰਘਨ ਕੀ ਉਤਪਤੀ ਲਿਖਾਇਓ। ਅੰਗਰੇਜ਼ ਅਫਸਰ ਕਹਿਣ ਲੱਗਾ ਆਪਣੇ ਜੂਨੀਅਰ ਕੈਪਟਨ ਮਰੀ ਨੂੰ, ਕਹਿੰਦਾ ਵੀ ਸਿੰਘਾਂ ਦਾ ਪੰਥ ਪੈਦਾ ਕਿਵੇਂ ਹੋਇਆ ਹੈ, ਇਹਦੀ ਖੋਜ ਕਰੋ। ਜਿਮ ਕਰ ਖਾਲਸੋ ਰਾਜ ਆਦ ਪਾਇਓ। ਔਰ ਇਹ ਖਾਲਸਾ ਨੇ ਰਾਜ ਕਿਵੇਂ ਪ੍ਰਾਪਤ ਕੀਤਾ ਹੈ, ਪਹਿਲਾਂ ਦਾ ਪਤਾ ਕਰੋ ਵੀ ਖਾਲਸਾ ਪੈਦਾ ਕਿੱਥੋਂ ਹੋਇਆ, ਫਿਰ ਇਹ ਪਤਾ ਕਰੋ ਵੀ ਖਾਲਸੇ ਦਾ ਰਾਜ ਕਿਵੇਂ ਬਣਿਆ। ਜਿਮ ਕਹੀ ਦਿੱਲੀ ਪਤ ਤਿਮ ਹੈ ਸਾਤ। ਇਹ ਵੀ ਪਤਾ ਕਰੋ ਵੀ ਦਿੱਲੀ ਦੇ ਬਾਦਸ਼ਾਹ ਨੇ ਜਿਹੜੀ ਇਹਨਾਂ ਸਿੱਖਾਂ ਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ, ਉਹ ਸੱਚੀ ਹੈ ਕਿ ਝੂਠੀ ਹੈ। ਕੈ ਕੁਛ ਲਗਾਇਓ ਮੁਗਲਨ ਘਾਤ। ਜਾਂ ਉਹਨੇ ਕੋਈ ਘਾਤ ਵਾਲੀ ਗੱਲ ਕੀਤੀ ਹੈ, ਕੋਈ ਸਿੰਘਾਂ ਨਾਲ ਉਹਦੀ ਕੋਈ ਰੰਜਿਸ਼ ਹੈ ਕਿ ਉਹਨੇ ਸਿੰਘਾਂ ਬਾਰੇ ਇਦਾਂ ਦੇ ਬਚਨ ਕੀਤੇ ਨੇ। ਹਿੰਦੂ ਤੁਰਕਨ ਮੇਲ ਕੁਛ ਨਾਹੀ। ਕਿਉਂਕਿ ਉਹ ਅੰਗਰੇਜ਼ ਸਮਝਦਾ ਸੀ ਵੀ ਹਿੰਦੂਆਂ ਤੇ ਤੁਰਕਾਂ ਦੇ ਆਪਸ ਵਿੱਚ ਮੇਲ ਨਹੀਂ ਹੈ, ਹੋ ਸਕਦਾ ਹੈ ਬਾਦਸ਼ਾਹ ਨੇ ਕਿਤੇ ਕੋਈ ਧੋਖੇ ਵਾਲੀ ਗੱਲ ਕੀਤੀ ਹੋਵੇ। ਮੁਸਲਮਾਨ ਕਦ ਸੱਚ ਕਹਾਏ। ਸਿੰਘਾਂ ਦੇ ਖਿਲਾਫ ਜਾਂ ਹਿੰਦੂਆਂ ਦੇ ਖਿਲਾਫ ਬੋਲਣ ਤੋਂ ਹੋ ਸਕਦਾ ਮੁਸਲਮਾਨ ਨਾ ਝਿਕਿਆ ਹੋਵੇ ਬਾਦਸ਼ਾਹ। ਕਿਮ ਕਰ ਜੱਟਨ ਛਾਹੇ ਸੂਬੇ ਮਾਰੇ। ਇਹ ਵੀ ਤੇ ਪਤਾ ਕਰਨਾ ਚਾਹੀਦਾ ਵੀ ਜੱਟ ਬੂਟ ਜਿਹੜੇ ਖੇਤਾਂ 'ਚ ਹਲ ਵਾਹਣ ਵਾਲੇ ਬੰਦੇ ਸੀਗੇ, ਉਹਨਾਂ ਨੇ ਐਡੇ ਐਡੇ ਸੂਬੇ ਕਿਵੇਂ ਮਾਰ ਲਏ, ਇਹ ਕਰਾਮਾਤ ਕਿਵੇਂ ਵਰਤੀ ਹੈ ਵੀ ਜਿਹੜੇ ਵਿਚਾਰੇ 2-2 4-4 ਕਿੱਲੇ ਦੇ ਉੱਤੇ ਆਪਣਾ ਘਾਹ ਬੂਟ ਬੀਜ ਕੇ ਰੋਟੀ ਸਾਗ ਪੱਤਾ ਖਾ ਕੇ ਗੁਜ਼ਾਰਾ ਕਰਨ ਵਾਲੇ ਲੋਕ ਸੀਗੇ, ਉਹਨਾਂ ਗਰੀਬ ਲੋਕਾਂ ਨੇ ਤਖਤਾ ਕਿਵੇਂ ਪਲਟ ਦਿੱਤਾ ਸਰਕਾਰ ਦਾ। ਸ਼ਾਹੇ ਰਈਅਤ ਤੇ ਕਿਮ ਕਰ ਹਾਰੇ। ਐਡੇ ਐਡੇ ਰਾਜੇ, ਨਵਾਬ, ਖਾਨ ਬਹਾਦਰ ਆਪਣੀ ਪ੍ਰਜਾ ਤੋਂ ਹਾਰ ਕਿਵੇਂ ਗਏ। ਹਾਂਜੀ। 22 ਸੂਬੇ ਮੁਗਲਨ ਪਾਹੇ। 22 ਸੂਬੇ ਸੀ ਮੁਗਲਾਂ ਕੋਲ, ਸੂਬਾ ਲਾਹੌਰ, ਸੂਬਾ ਪਸ਼ੌਰ, ਸੂਬਾ ਮੁਲਤਾਨ, ਸੂਬਾ ਕਸ਼ਮੀਰ, ਸੂਬਾ ਜਲੰਧਰ, ਸੂਬਾ ਸਰਹੰਦ, ਸੂਬਾ ਸਹਾਰਨਪੁਰ, ਸੂਬਾ ਦਿੱਲੀ, ਅੱਗੇ ਦੀ ਅੱਗੇ ਸੂਬਾ ਆਗਰਾ, ਸਾਰੇ ਹਿੰਦੁਸਤਾਨ ਦਾ ਰਾਜ। 22 ਸੂਬੇ ਤੇ 22 ਸੂਬਿਆਂ ਦੇ ਮਾਲਕ ਹਾਰ ਗਏ ਤੇ ਜੱਟ ਬੂਟ ਜਿੱਤ ਗਏ, ਇਹ ਕਿਦਾਂ ਹੋ ਸਕਦਾ ਹੈ। ਹਾਂਜੀ। ਕਈ ਜਜੀਰਾ ਸਮੁੰਦਰ ਪਾਹੇ। ਤੇ ਇੱਥੇ ਹੀ ਨਹੀਂ, ਸਮੁੰਦਰ 'ਚ ਵੀ ਕਈ ਜੰਜੀਰੇ, ਕਈ ਸਮੁੰਦਰ ਦੇ ਟਾਪੂ ਵੀ ਸੀਗੇ ਮੁਗਲਾਂ ਦੇ ਕੋਲ। ਸਾਰੀ ਹਿੰਦ ਚੁਗਤਨ ਪਾਸ। ਸਾਰਾ ਹਿੰਦੁਸਤਾਨ ਮੁਗਲਾਂ ਦੇ ਅਧੀਨ ਸੀਗਾ। ਕੌਣ ਗਜਬ ਕਰ ਇਹ ਭਏ ਨਾਸ। ਇਹ ਕੀ ਗਜਬ ਹੋਇਆ ਵੀ ਇਹ ਵੱਡੇ ਵੱਡੇ ਬਾਦਸ਼ਾਹ ਥੋੜੇ ਜਿਹੇ ਸਿੱਖਾਂ ਨੇ ਮਾਰ ਲਏ ਨੇ, ਤੇ ਇਹ ਸਿੱਖਾਂ ਦੇ 'ਚ ਕੀ ਤਾਕਤ ਹੈ, ਇਹ ਕਿਹੜੀ ਕਰਾਮਾਤ ਹੈ, ਇਹ ਕਿਹੜਾ ਕ੍ਰਿਸ਼ਮਾ ਹੈ, ਇਹਦਾ ਕਾਰਨ ਕੀ ਹੈ, ਲੱਭੋ ਸਾਰੀ ਗੱਲ। ਰਈਅਤ ਛੇਲੀ ਹਾਕਮ ਸ਼ੇਰ। ਕਿਉਂਕਿ ਜਿਹੜੀ ਪ੍ਰਜਾ ਹੁੰਦੀ ਉਹ ਤੇ ਹੁੰਦੀ ਛੇਲੀ ਬੱਕਰੀ, ਤੇ ਹਾਕਮ ਹੁੰਦੇ ਨੇ ਸ਼ੇਰ। ਹੁਣ ਸ਼ੇਰ ਦਾ ਮੁਕਾਬਲਾ ਬੱਕਰੀ ਕਿਵੇਂ ਕਰ ਸਕਦੀ ਹੈ। ਪ੍ਰਜਾ ਤੇ ਵਿਚਾਰੀ ਬੱਕਰੀ ਹੈ, ਭੇਡ ਬੱਕਰੀ ਹੈ, ਤੇ ਭੇਡ ਬੱਕਰੀਆਂ ਨੇ ਸ਼ੇਰ ਕਿਵੇਂ ਮਾਰ ਲਏ ਨੇ। ਹਾਕਮ ਬਾਜ ਔ ਰਈਅਤ ਬਟੇਰ। ਹਾਕਮ ਤੇ ਬਾਜ ਨੇ ਤੇ ਰਈਅਤ ਬਟੇਰੇ ਨੇ। ਹੁਣ ਬਟੇਰਿਆਂ ਨੂੰ ਇੰਨੀ ਤਾਕਤ ਕਿੱਥੋਂ ਆ ਗਈ ਵੀ ਬਾਜਾਂ ਨੂੰ ਮਰੋੜ ਦਿੱਤਾ। ਦੋਹਰਾ ਛੇਲੀਆਂ ਮਾਰੇ ਛੇਰ ਕਿਮ ਕਿਮ ਬਟੇਰਨ ਮਾਰੇ ਬਾਜ। ਇਹ ਕਿਵੇਂ ਹੋ ਗਿਆ ਵੀ ਛੇਲੀਆਂ ਨੇ ਬੱਕਰੀਆਂ ਨੇ ਸ਼ੇਰ ਮਾਰ ਲਏ ਤੇ ਬਟੇਰਿਆਂ ਨੇ ਚਿੜੀਆਂ ਨੇ ਬਾਜ ਮਾਰ ਲਏ। ਇਹ ਗੱਲ ਬਾਦਸ਼ਾਹ ਨੇ ਕਹੀ ਹੈ ਵੀ ਇਹ ਤੇ ਰਈਅਤ ਸੀਗੇ, ਤੇ ਜੇ ਰਈਅਤ ਸੀ ਤੇ ਰਾਜੇ ਕਿਵੇਂ ਬਣ ਗਏ। ਅੰਗਰੇਜ਼ ਕਹਿੰਦਾ ਇਹਦਾ ਪਤਾ ਤੇ ਕਰੀਏ, ਸਚਾਈ ਕੀ ਹੈ। ਹਾਕਮ ਮਾਰੇ ਰਈਅਤੈਂ ਯਹ ਕਰ ਮਤ ਹੈ ਕਾਜ। ਇੱਕ ਪਬਲਿਕ, ਔਰ ਉਹ ਵੀ ਬਹੁਤ ਗਰੀਬ ਪਬਲਿਕ, ਜਿਹਦੇ ਕੋਲ 2 ਕਿੱਲੇ 4 ਕਿੱਲੇ 10 ਕਿੱਲੇ ਜ਼ਮੀਨ ਆ, ਉਹ ਵਿਚਾਰਾ ਤੇ ਆਪਣੇ ਨਿਆਣੇ ਨਹੀਂ ਪਾਲ ਸਕਦਾ, ਉਹ ਸਰਕਾਰ ਨਾਲ ਕਿਵੇਂ ਲੜੇਗਾ। ਤੇ ਇਹ ਗਰੀਬ ਲੋਕ ਜਿਹੜੇ ਕਿ ਚਿੜੀਆਂ ਵਰਗੇ ਸੀਗੇ, ਬੱਕਰੀਆਂ ਵਰਗੇ ਸੀ, ਇਹਨਾਂ ਨੇ ਸ਼ੇਰਾਂ ਦੇ ਬਾਜਾਂ ਵਰਗੇ ਨਵਾਬਾਂ ਨੂੰ, ਖਾਨਾਂ ਨੂੰ ਦੱਬ ਲਿਆ। ਕਿੱਦਾਂ ਹੋਇਆ ਇਹ ਕ੍ਰਿਸ਼ਮਾ। ਹਾਂਜੀ।
ਹੈ ਇਨ ਮੈਂ ਕਿਛ ਸ਼ਕਤ ਬਲ ਕਹਿ ਕਿਸ ਡਾਢੇ ਪੰਥ। ਇਹਨਾਂ ਸਿੱਖਾਂ 'ਚ ਕੋਈ ਸ਼ਕਤੀ ਹੈ, ਕੋਈ ਗੈਬੀ ਤਾਕਤ ਹੈ, ਕੋਈ ਕਰਾਮਾਤ ਹੈ, ਜਾਂ ਇਹ ਕਿਸੇ ਡਾਢੇ ਦਾ ਪੰਥ ਹੈ? ਲਿਖੋ ਹਕੀਕਤ ਇਨ ਸਭੋ ਤਉ ਯਹ ਪਈਏ ਅੰਤ। ਇਹ ਸਾਰੀ ਹਕੀਕਤ ਲਿਖਣੀ ਚਾਹੀਦੀ ਹੈ। ਇਹ ਕਹਾਣੀ ਜਿਹੜੀ ਹੈ ਇਹ ਸਾਰੀ ਸੱਚੀ ਲੱਭਣੀ ਚਾਹੀਦੀ ਹੈ, ਇਹਦੀ ਸਚਾਈ ਤੱਕ, ਗਹਿਰਾਈ ਤੱਕ ਜਾਣਾ ਚਾਹੀਦਾ ਵੀ ਇਹ ਜਿਹੜੇ ਪੰਜਾਬ ਦੇ ਵਿੱਚ ਰਾਜ ਕਰ ਰਹੇ ਨੇ ਇਹ ਕੌਣ ਨੇ, ਕਿੱਥੋਂ ਆਏ ਨੇ, ਕਿਹਨੇ ਸਾਜੇ ਨੇ, ਔਰ ਕੀ ਤਾਕਤ ਸੀ ਇਹਨਾਂ ਕੋਲ ਕਿ 200 ਸਾਲ ਦੇ ਅੰਦਰ ਅੰਦਰ ਸਾਰਾ ਤਖਤਾ ਹੀ ਪਲਟ ਕੇ ਖਤਮ ਕਰ ਦਿੱਤੀ ਮੁਗਲਾਂ ਦੀ ਹਕੂਮਤ, ਤੇ ਇਹ ਰਾਜੇ ਬਣ ਬੈਠੇ ਨੇ। ਜਰਨੈਲ ਕੋ ਮਾਲੀ ਕਹੀ ਜਿਮ ਕਹੀ ਦਿੱਲੀ ਕੇ ਸ਼ਾਹੇ। ਜੋ ਇਹ ਗੱਲ ਕੈਪਟਨ ਮਰੀ ਨੂੰ ਕਹੀ ਨਾ, ਤੇ ਅਗੋਂ ਮਾਲੀ ਕਹਿਣ ਲੱਗਾ, ਉਹ ਕੈਪਟਨ ਮਰੀ ਕਹਿਣ ਲੱਗਾ, ਕਹਿੰਦਾ ਸਰ, ਉਹ ਆਪਣੇ ਸੀਨੀਅਰ ਅਫਸਰ ਨਾਲ ਉਹਨੇ ਗੱਲ ਕੀਤੀ, ਕਹਿਣ ਲੱਗਾ ਤੁਸੀਂ ਜੋ ਬਾਦਸ਼ਾਹ ਨੇ ਲਿਖ ਕੇ ਦਿੱਤਾ ਉਹਦੇ ਤੇ ਇਤਬਾਰ ਕਰ ਲਓ। ਯਾਨੀ ਬਾਦਸ਼ਾਹ ਨੇ ਤੁਹਾਨੂੰ ਜੋ ਲਿਖ ਕੇ ਦਿੱਤਾ ਹੈ, ਕਿਹਾ ਵੀ ਇਹ ਸਿੱਖ ਸਾਡੀ ਪਰਜਾ ਸੀਗੇ, ਤੁਸੀਂ ਉਹੀ ਲੰਡਨ ਭੇਜ ਦਿਓ। ਤੈਸੇ ਲਿਖ ਪਠਾਈਐ ਪਹਿ ਲੰਦਨ ਪਤਸ਼ਾਹੇ। ਲੰਡਨ ਦਾ ਬਾਦਸ਼ਾਹ ਇਹ ਪੁੱਛ ਰਿਹਾ ਨਾ ਵੀ ਉੱਥੋਂ ਦੀ ਹਿਸਟਰੀ ਕੀ ਹੈ, ਤੇ ਤੁਸੀਂ ਬਾਦਸ਼ਾਹ ਦਾ ਬਿਆਨ ਮੁੱਖ ਰੱਖੋ, ਕਿਉਂਕਿ ਬਾਦਸ਼ਾਹ ਜਿਹੜੇ ਹੁੰਦੇ ਆ ਉਹ ਜ਼ਿੰਮੇਵਾਰ ਹੁੰਦੇ ਆ, ਤੇ ਜ਼ਿੰਮੇਵਾਰ ਬੰਦੇ ਦੀ ਗੱਲ ਜਿਹੜੀ ਆ ਉਹ ਮੰਨਣੀ ਚਾਹੀਦੀ ਹੈ। ਤੁਸੀਂ ਉਹੀ ਗੱਲ ਕਿਉਂ ਨਹੀਂ ਲੰਡਨ ਭੇਜ ਦਿੰਦੇ? ਜਰਨੈਲ ਅੰਗਰੇਜ਼ ਥੋ ਵੱਡੋ ਗਿਆਨੀ। ਆਫਟਰਲੋਨੀ ਬੜਾ ਸਿਆਣਾ ਤੇ ਸਮਝਦਾਰ ਜਰਨੈਲ ਸੀ। ਕਹਾ ਮਰੀ ਸੋ ਉਸੈ ਨਾ ਮਾਨੀ। ਉਹ ਕਹਿਣ ਲੱਗਾ ਮਰੀ ਤੂੰ ਨਹੀਂ ਸਮਝਦਾ, ਇਹ ਗੱਲ ਬੜੀ ਜ਼ਿੰਮੇਵਾਰੀ ਵਾਲੀ ਹੈ। ਜੇ ਮੈਂ ਇਹੀ ਗੱਲ ਲਿਖ ਕੇ ਭੇਜ ਦਿਆਂ, ਕੱਲ ਨੂੰ ਝੂਠੀ ਨਿਕਲ ਆਵੇ, ਮੇਰੀ ਨੌਕਰੀ ਤੇ ਖਤਰਾ ਹੈ, ਮੇਰੀ ਜਵਾਬਦੇਹੀ ਹੋਣੀ ਹੈ, ਮੈਂ ਉੱਥੇ ਜਵਾਬ ਦੇਣਾ ਬਾਦਸ਼ਾਹ ਲੰਡਨ ਦੇ ਕੋਲ। ਕਹਿਓ ਕੂੜ ਜੋ ਹੋਏ ਪਤਸ਼ਾਹੇ। ਕੀ ਪਤਾ ਉਸ ਬਾਦਸ਼ਾਹ ਨੇ ਝੂਠ ਹੀ ਬੋਲਿਆ ਹੋਵੇ, ਦੇ ਬਾਤ ਮੋਹਿ ਕੂੜ ਕਰਾਹੇ। ਉਹ ਮੈਨੂੰ ਵੀ ਝੂਠਾ ਪਾ ਦੇਵੇਗਾ। ਝੂਠੀ ਗੱਲ ਦੀ ਤਾਈਦ ਕਰਨ ਵਾਲਾ ਵੀ ਫਸ ਜਾਂਦਾ ਹੈ। ਦੂਸਰ ਬਾਤ ਤਿਨ ਲਈ ਵਿਚਾਰ। ਦੂਜੀ ਗੱਲ ਜਿਹੜੀ ਹੈ ਉਹ ਆਪਾਂ ਵਿਚਾਰ ਕਰੀਏ। ਹੁਤੋ ਬਿਰਦ ਔ ਬੜ ਖਬਰਦਾਰ। ਉਹ ਬੜਾ ਸਿਆਣਾ ਬਿਰਧ ਜਰਨੈਲ ਸੀ, ਆਫਟਰ ਲੋਨੀ ਖਬਰਦਾਰ, ਯਾਨੀ ਉਹਨੂੰ ਸਾਰੀਆਂ ਗੱਲਾਂ ਦਾ ਧਿਆਨ ਸੀਗਾ। ਸਿੰਘਨ ਔ ਪਤਸ਼ਾਹਨ ਮਾਹੇ। ਉਹ ਇਹ ਸਮਝਦਾ ਸੀ ਵੀ ਸਿੱਖਾਂ ਦੀ ਤੇ ਮੁਗਲਾਂ ਬਾਦਸ਼ਾਹਾਂ ਦੀ ਲੜਾਈ ਹੁੰਦੀ ਰਹੀ ਹੈ। ਲਖਿਓ ਸ਼ਰੀਕੋ ਜਰਨੈਲ ਵਾਹੇ। ਇਹਦੇ 'ਚ ਸ਼ਰੀਕਾ ਹੈ, ਇਹਦੇ ਵਿੱਚ ਕੋਈ ਭਾਈਚਾਰਾ ਨਹੀਂ ਹੈ। ਸ਼ਰੀਕੇ 'ਚ ਗੱਲ ਹਮੇਸ਼ਾ ਵੱਢਵੀਂ ਹੁੰਦੀ ਹੈ, ਤੇ ਭਾਵੇਂ ਉਹ ਬਾਦਸ਼ਾਹ ਸੱਚਾ ਵੀ ਹੋਵੇ ਤਾਂ ਵੀ ਸਿੱਖਾਂ ਦੇ ਹੱਕ 'ਚ ਸੱਚ ਨਹੀਂ ਬੋਲ ਸਕਦਾ। ਕਹੀ ਬਾਤ ਜਾਓ ਸ਼ਾਹੇ ਸੱਚ ਹੋਗ। ਜੇ ਬਾਦਸ਼ਾਹ ਨੇ ਸੱਚ ਬੋਲਿਆ ਹੋਇਆ ਭਰੈ ਸ਼ਾਹਿਦੀ ਸਭ ਉਸ ਲੋਗ। ਤਾਂ ਲੋਕ ਵੀ ਤਾਂ ਕਹਿਣਗੇ ਨਾ। ਆਪਾਂ ਲੋਕਾਂ ਨੂੰ ਪੁੱਛੀਏ, ਲੋਕ ਗਵਾਹੀ ਦੇਣਗੇ। ਲੋਕਾਂ ਦੀ ਗੱਲਾਂ ਤੋਂ ਪਤਾ ਲੱਗੇਗਾ ਵੀ ਬਾਦਸ਼ਾਹ ਨੇ ਸੱਚ ਬੋਲਿਆ ਕਿ ਝੂਠ ਬੋਲਿਆ। ਹਾਂਜੀ, ਜੋ ਸ਼ਾਹੇ ਹੈ ਝੂਠ ਉਚਾਰਾ। ਤੇ ਜੇ ਬਾਦਸ਼ਾਹ ਨੇ ਝੂਠ ਬੋਲਿਆ ਹੋਇਆ, ਸਾਚ ਝੂਠ ਕਰ ਲਿਹੋ ਨਿਆਰਾ। ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗ ਜਾਏਗਾ, ਲੋਕ ਕੁਝ ਹੋਰ ਬੋਲਣਗੇ। ਜੇ ਬਾਦਸ਼ਾਹ ਦੀ ਸੱਚੀ ਹੋਈ ਤੇ ਲੋਕ ਵੀ ਉਦਾਂ ਹੀ ਬੋਲਣਗੇ। ਇਸ ਗੱਲ ਦਾ ਤੁਸੀਂ ਲੋਕਾਂ ਦੇ ਬਿਆਨ ਲੈ ਕੇ, ਸਮਾਜ ਤੋਂ, ਬਜ਼ੁਰਗਾਂ ਤੋਂ ਪਤਾ ਕਰਕੇ ਲਿਖੋ। ਅਕੈ ਲਿਖਤ ਕੋ ਪ੍ਰਾਤਨ ਲੱਭੀਐ। ਜਾਂ ਕੋਈ ਪੁਰਾਣੀ ਕਿਤਾਬ ਲਿਖਤ ਹੋਵੇ ਉਹ ਲੱਭੋ, ਉਹ ਤੋਂ ਪਤਾ ਲੱਗੇਗਾ ਵੀ ਪੁਰਾਣਿਆਂ ਨੇ ਇਹਦੇ ਬਾਰੇ ਕੀ ਲਿਖਿਆ ਹੈ। ਇਮ ਕਰ ਹਮਰੋ ਮਨ ਪਤੀ ਆਈਐ। ਇਦਾਂ ਫਿਰ ਸਾਡਾ ਮਨ ਜਿਹੜਾ ਉਹ ਤਸੱਲੀ ਹੋਵੇਗੀ, ਤਾਂ ਅਸੀਂ ਅੰਗਰੇਜ਼ ਬਾਦਸ਼ਾਹ ਕੋਲ ਲੰਡਨ ਇਹ ਗੱਲ ਭੇਜਾਂਗੇ। ਕੱਚੀ ਰਿਪੋਰਟ ਭੇਜ ਕੇ ਮੈਂ ਝੂਠਾ ਨਹੀਂ ਪੈਣਾ ਚਾਹੁੰਦਾ। ਹਾਂਜੀ, ਲਿਖਤ ਭੇਜੀਐ ਲੰਦਨ ਸੋ। ਉਹੀ ਲਿਖਤ ਅਸੀਂ ਲੰਡਨ ਭੇਜਣੀ ਹੈ ਜਿਹੜੀ ਤਸੱਲੀ ਬਖਸ਼ ਹੋਵੇ। ਜਾਂ ਮੈਂ ਝੂਠ ਨਾ ਇੱਕ ਤਿਲ ਹੋਊ। ਇੱਕ ਤਿਲ ਵੀ ਝੂਠ ਨਹੀਂ ਹੋਣਾ ਚਾਹੀਦਾ, ਕਿਉਂਕਿ ਬਾਦਸ਼ਾਹ ਲੰਡਨ ਬਹੁਤ ਸਿਆਣਾ ਹੈ। ਦੋਹਰਾ ਜਿਮ ਸਿੰਘਨ ਰਾਜ ਮੱਲਿਓ ਸਭ ਭਾਂਤ ਲਿਖਾਇਓ ਸਾਲ। ਤੂੰ ਏਦਾਂ ਕਰ, ਸਿੱਖਾਂ ਨੇ ਰਾਜ ਕਿਵੇਂ ਲਿਆ, ਕਦੋਂ ਲਿਆ, ਕਿਹੜੇ ਸਾਲ ਵਿੱਚ, ਕਿੱਥੇ ਕਬਜ਼ਾ ਕੀਤਾ, ਉਹਦੀਆਂ ਪੱਕੀਆਂ ਰਿਪੋਰਟਾਂ ਦੇ ਮੈਨੂੰ ਪਤਾ ਲੱਗੇ ਵੀ ਸਿੱਖਾਂ ਨੇ ਲਾਹੌਰ ਤੇ ਕਦੋਂ ਕਬਜ਼ਾ ਕੀਤਾ, ਪਿਸ਼ੌਰ ਤੇ ਕਦੋਂ ਕੀਤਾ, ਮੁਲਤਾਨ ਤੇ ਕਦੋਂ ਕੀਤਾ, ਗੁਜਰਾਤ ਤੇ ਕਦੋਂ ਕੀਤਾ। ਉਹਨਾਂ ਸਾਰਿਆਂ ਥਾਣਿਆਂ ਦਾ ਜਿੱਥੇ ਮੁਗਲਾਂ ਦਾ ਝੰਡਾ ਝੂਲਦਾ ਸੀ, ਸਿੱਖਾਂ ਦਾ ਕਦੋਂ ਝੂਲਣਾ ਸ਼ੁਰੂ ਹੋਇਆ। ਸੁਣ ਝੇੜੋ ਸਭ ਖਾਲਸਾ ਜਾਣਿਓ ਜਗ ਹਵਾਲ। ਔਰ ਸਿੱਖਾਂ ਦੇ ਜੰਗ ਯੁੱਧ ਕਿੱਥੇ ਕਿੱਥੇ ਹੋਏ ਨੇ, ਕਿਹੋ ਜਿਹੇ ਹੋਏ ਨੇ, ਉਹ ਸਾਰੀ ਗੱਲ ਵੀ ਉਹਦਾ ਪਤਾ ਕਰਕੇ ਮੈਨੂੰ ਦੱਸ।
ਚਉਪਈ ਮਰੀ ਹੁਕਮ ਲੈ ਉਦਮ ਕੀਓ। ਉਹ ਹੁਣ ਕੈਪਟਨ ਮਰੀ ਨੇ ਆਪਣੇ ਸੀਨੀਅਰ ਦਾ ਹੁਕਮ ਤਾਂ ਮੰਨਣਾ ਹੀ ਸੀ, ਉਹਨੇ ਉਹਦੀ ਤਾਮੀਲ ਕੀਤੀ, ਉਦਮ ਕੀਤਾ। ਬੂਟਾ ਸ਼ਾਹੇ ਮੌਲਵੀ ਸੱਦ ਲਿਓ। ਉਹਨੇ ਲੁਧਿਆਣੇ ਪਤਾ ਕੀਤਾ ਵੀ ਕੋਈ ਹਿਸਟੋਰੀਅਨ ਹੋਵੇ ਜਿਹੜਾ ਹਿਸਟਰੀ ਲਿਖਣੀ ਜਾਣਦਾ ਹੋਵੇ। ਲੋਕਾਂ ਨੇ ਦੱਸਿਆ ਵੀ ਇੱਥੇ ਇੱਕ ਬੂਟੇ ਸ਼ਾਹ ਮੌਲਵੀ ਬਜ਼ੁਰਗ ਬੜਾ ਸਿਆਣਾ ਹੈ, ਉਹ ਬੂਟੇ ਸ਼ਾਹ ਮੌਲਵੀ ਹਿਸਟਰੀ ਲਿਖਣੀ ਚੰਗੀ ਜਾਣਦਾ, ਉਹਨੂੰ ਹਿਸਟਰੀ ਦਾ ਬਹੁਤ ਵਧੀਆ ਤਰੀਕਾ ਲਿਖਣ ਦਾ। ਤੇ ਉਹਨੂੰ ਬੁਲਾ ਲਿਆ ਕੈਪਟਨ ਮਰੀ ਨੇ ਆਪਣੀ ਕਚਹਿਰੀ 'ਚ। ਬੂਟੇ ਸ਼ਾਹ ਆ ਗਿਆ। ਲਿਖਣ ਕਿਤਾਬ ਉਸੈ ਫੁਰਮਾਇਓ। ਔਰ ਬੂਟੇ ਸ਼ਾਹ ਮੌਲਵੀ ਨੂੰ ਕੈਪਟਨ ਮਰੀ ਕਹਿਣ ਲੱਗਾ ਵੀ ਮੌਲਵੀ ਸਾਹਿਬ ਜੀ, ਤੁਸੀਂ ਪੰਜਾਬ ਦੀ ਤਵਾਰੀਖ ਜਿਹੜੀ 100 ਸਾਲ ਪਿੱਛੋਂ ਦੀ ਆ ਰਹੀ ਹੈ, ਜੋ ਜੋ ਇੱਥੇ ਰਾਜ ਪਰਿਵਰਤਨ ਹੋਏ ਨੇ, ਜੋ ਜੋ ਇੱਥੇ ਲੜਾਈਆਂ ਸਿੱਖਾਂ ਦੀਆਂ ਮੁਗਲਾਂ ਦੀਆਂ ਹੋਈਆਂ, ਉਹਦੇ ਬਾਰੇ ਤੁਸੀਂ ਜਾਣਦੇ ਹੋ, ਤੇ ਸਾਰੀ ਗੱਲ ਮੈਨੂੰ ਲਿਖ ਕੇ ਦਿਓ। ਸਿੰਘਨ ਕੀ ਉਤਪਤੀ ਲਿਖਾਇਓ। ਇਹ ਵੀ ਦੱਸੋ ਵੀ ਜਿਹੜਾ ਸਿੱਖਾਂ ਦਾ ਪੰਥ ਹੈ ਇਹ ਕਿਵੇਂ ਪੈਦਾ ਹੋਇਆ, ਸਿੰਘਾਂ ਦਾ ਇਤਿਹਾਸ ਕੀ ਹੈ। ਜਿਮ ਹੋਏ ਸੱਚ ਸੋ ਮੈਂ ਲਿਖਾਇਓ। ਔਰ ਸੱਚ ਲਿਖਾਇਆ ਜੇ ਮੈਨੂੰ, ਕਿਉਂਕਿ ਮੈਂ ਵੀ ਅੱਗੇ ਜਵਾਬ ਦੇਣਾ, ਤੇ ਤੁਹਾਡੀ ਕਿਤਾਬ ਸੱਚੀ ਸੱਚੀ ਹੋਣੀ ਚਾਹੀਦੀ ਹੈ। ਜਾਂ ਮੈਂ ਝੂਠ ਨਾ ਕਛ ਰਲਾਇਓ। ਇਹ ਮਿਹਰਬਾਨੀ ਕਰਿਆ ਜੇ ਮੌਲਵੀ ਸਾਹਿਬ ਵੀ ਕਿਤਾਬ ਵਿੱਚ ਝੂਠ ਨਾ ਲਿਖਿਆ ਜੇ, ਯਹ ਜਾਵਗ ਸ਼ਾਹ ਲੰਦਨ ਪਾਸ। ਕਿਉਂਕਿ ਤੁਹਾਡੀ ਲਿਖੀ ਹੋਈ ਕਿਤਾਬ ਲੰਡਨ ਦੇ ਬਾਦਸ਼ਾਹ ਕੋਲ ਇੰਗਲੈਂਡ ਪਹੁੰਚਣੀ ਹੈ। ਔਰ ਦੀਪਨ ਮੈਂ ਹੋਗ ਪ੍ਰਕਾਸ਼। ਤੇ ਹੋਰ ਵੀ 7 ਮੁਲਕਾਂ 7 ਦੀਪਾਂ ਵਿੱਚ ਬਾਹਰਲੇ ਜਿਹੜੇ ਮੁਲਕ ਨੇ ਉੱਥੇ ਵੀ ਗੱਲ ਜਾਣੀ ਹੈ, ਕਿਉਂਕਿ ਅੰਗਰੇਜ਼ ਜਿਹੜੀ ਕਿਤੇ ਦੀ ਹਿਸਟਰੀ ਸੀ ਨਾ, ਉਹ ਲੰਡਨ ਤੇ ਪਹੁੰਚਦੀ ਸੀ। ਉਹਦੀਆਂ ਕਾਪੀਆਂ ਉਸੇ ਵੇਲੇ ਉਤਾਰਾ ਕਰਕੇ ਬਾਕੀ ਜਿੱਥੇ ਜਿੱਥੇ ਅੰਗਰੇਜ਼ਾਂ ਦਾ ਰਾਜ ਸੀ, ਹੁਣ ਅੰਗਰੇਜ਼ਾਂ ਦਾ ਰਾਜ ਤੇ ਤੁਹਾਨੂੰ ਪਤਾ ਵੀ ਸੂਰਜ ਨਹੀਂ ਸੀ ਛਿਪਦਾ, ਅਜੇ ਵੀ ਹੈ ਹੀ ਹੈ, ਪਰ ਉਦੋਂ ਤੇ ਬਹੁਤ ਤਗੜਾ ਰਾਜ ਸੀ। ਅਫਰੀਕਾ ਤੇ ਵੀ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਸਾਰੇ ਪਾਸੇ ਡੰਕਾ ਫੇਰਤਾ ਸੀ ਉਹਨਾਂ ਨੇ। ਉਹ ਕਹਿੰਦੇ ਵੀ ਸਾਰੇ ਮੁਲਕਾਂ 'ਚ ਜਾਣੀ ਹੈ, ਉੱਥੋਂ ਦੇ ਅਫਸਰਾਂ ਨੇ ਪੜ੍ਹਨੀ ਹੈ ਉਹ ਰਿਪੋਰਟ, ਕਿਤਾਬ ਕਿਤੇ ਝੂਠੀ ਨਾ ਲਿਖ ਦਵੀਂ। ਦੋਹਰਾ ਐਸੀ ਐਸ ਤਗੀਦ ਕਰ ਬੂਟੇ ਸ਼ਾਹੇ ਸਮਝਾਏ। ਇਸ ਤਰ੍ਹਾਂ ਪੱਕੀ ਤਾਕੀਦ ਕਰਕੇ ਬੂਟੇ ਸ਼ਾਹ ਮੌਲਵੀ ਨੂੰ ਕੈਪਟਨ ਮਰੀ ਨੇ ਕਿਤਾਬ ਲਿਖਣੇ ਲਾ ਦਿੱਤਾ। ਲਿਖਿਓ ਹਕੀਕਤ ਖਾਲਸਾ ਜਿਮ ਸਿੰਘਨ ਭਇਓ ਵਧਾਏ। ਸਿੰਘਾਂ ਦੀ ਹਕੀਕਤ ਦੱਸੀ, ਸਿੰਘਾਂ ਦਾ ਖਾਲਸੇ ਦਾ ਵਾਧਾ ਕਿਵੇਂ ਹੋਇਆ, ਪੰਥ ਸਾਜਿਆ ਕਿਵੇਂ ਹੈ, ਪੰਥ ਵਧਿਆ ਕਿਵੇਂ ਹੈ, ਪੰਥ ਨੇ ਰਾਜ ਕਿਵੇਂ ਖੋਇਆ, ਉਹ ਗੱਲ ਸਾਰੀ ਸੱਚੀ ਸੱਚੀ ਦੱਸੀ। ਇਹ ਕਹਿ ਕੇ ਲਿਖਣੇ ਲਾ ਦਿੱਤਾ। ਚਉਪਈ ਉਸੇ ਕਚਹਿਰੀ ਹਮ ਥੇ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਹਨ ਭਾਈ ਸਾਹਿਬ ਰਤਨ ਸਿੰਘ ਜੀ ਭੰਗੂ, ਜਿਨ੍ਹਾਂ ਦੇ ਪਿਤਾ ਸਰਦਾਰ ਰਾਏ ਸਿੰਘ ਜੀ ਤੇ ਦਾਦਾ ਸਰਦਾਰ ਮਤਾਬ ਸਿੰਘ ਜੀ ਭੰਗੂ ਮੀਰਾਂ ਕੋਟੀਆ, ਜਿਨ੍ਹਾਂ ਦਾ ਨਗਰ ਮੀਰਾਂ ਕੋਟ ਰਾਜਾ ਸਾਂਸੀ ਹਵਾਈ ਅੱਡੇ ਵਾਲੇ ਪਾਸੇ ਸ੍ਰੀ ਅੰਮ੍ਰਿਤਸਰ ਤੋਂ ਥੋੜੇ 2-4 ਕਿਲੋਮੀਟਰ ਬਾਹਰ ਹੀ ਹੈ, ਉੱਥੋਂ ਦੇ ਰਹਿਣ ਵਾਲੇ ਸਨ। ਉਹ ਮੱਸੇ ਰੰਗੜ ਨੂੰ ਮਾਰ ਕੇ 6-7 ਸਾਲ ਉਹ ਬਾਗੀ ਹੋ ਕੇ ਵਿਚਰਦੇ ਰਹੇ ਸਨ। ਤੇ ਬਾਅਦ ਵਿੱਚ ਭਾਈ ਤਾਰੂ ਸਿੰਘ ਜੀ ਦੀ ਜਦੋਂ ਗ੍ਰਿਫਤਾਰ ਹੋਣ ਦੀ ਖਬਰ ਮਿਲੀ, ਤੇ ਮਤਾਬ ਸਿੰਘ ਦੇ ਮਨ 'ਚ ਆਇਆ ਵੀ ਤਾਰੂ ਸਿੰਘ ਨੂੰ ਫਤਿਹ ਗਜਾ ਕੇ ਆਉਣੀ ਹੈ, ਤੇ ਉਹ ਆਪ ਸ਼ਸਤਰ ਆਪਣੇ ਸਿੰਘਾਂ ਨੂੰ ਦੇ ਕੇ ਤੇ ਸਰਕਾਰੀ ਚੌਂਕੀ ਦੇ ਉੱਤੇ, ਤੁਰਕਾਂ ਦੀ ਚੌਂਕੀ ਦੇ ਡਾਂਗ ਨਾਲ ਹੀ ਜਾ ਪਏ ਸਨ। ਡਾਂਗ ਨਾਲ ਹੀ 5-10 ਨੂੰ ਸੋਧਾ ਲਾਇਆ ਸੀ ਤੇ ਫਿਰ ਗ੍ਰਿਫਤਾਰ ਹੋ ਗਏ ਸਨ। ਤੇ ਭਾਈ ਤਾਰੂ ਸਿੰਘ ਜੀ ਦੇ ਕੋਲ ਜਾ ਕੇ ਉਹਨਾਂ ਨੂੰ ਲਾਹੌਰ ਜੇਲ੍ਹ ਵਿੱਚ ਮਿਲੇ ਸਨ, ਤੇ ਉੱਥੇ ਹੀ ਭਾਈ ਤਾਰੂ ਸਿੰਘ ਦੇ ਸਾਹਮਣੇ ਮਤਾਬ ਸਿੰਘ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਸੀ। ਉਹਦਾ ਪੁੱਤਰ ਰਾਏ ਸਿੰਘ ਸੀ, ਤੇ ਰਾਏ ਸਿੰਘ ਜਦੋਂ ਜਵਾਨ ਹੋਇਆ ਸੀ, ਉਹ ਛੋਟੇ ਹੁੰਦਿਆਂ ਉਹਦੇ ਤੇ ਵੀ ਹਮਲਾ ਹੋਇਆ। ਉਹ ਕਥਾ ਬੜੀ ਲੰਮੀ ਹੈ, ਟਾਈਮ ਨਹੀਂ ਹੈ ਮੇਰੇ ਕੋਲ। ਮੈਂ ਤੁਹਾਨੂੰ ਜਿਹੜੀ ਤੱਤ ਦੀ ਗੱਲ ਦੱਸਣ ਲੱਗਾ ਵੀ ਲੁਧਿਆਣੇ ਕਿਵੇਂ ਪਹੁੰਚ ਗਏ ਨੇ, ਰਹਿੰਦੇ ਅੰਮ੍ਰਿਤਸਰ ਦੇ ਨੇ, ਇੱਥੇ ਕੀ ਕਰਨ ਆਏ ਨੇ। ਇਹਦਾ ਕਾਰਨ ਇਹ ਹੈ ਵੀ ਜਦੋਂ ਰਾਏ ਸਿੰਘ ਵੱਡਾ ਹੋ ਗਿਆ ਤੇ ਉਹਦਾ ਵਿਆਹ ਹੋ ਗਿਆ ਸ਼ਾਮ ਸਿੰਘ ਦੀ ਬੇਟੀ ਨਾਲ। ਨਾਰਲਾ ਪਿੰਡ ਹੈ, ਇਹ ਸੁਰ ਸਿੰਘ ਪਹੂ ਪਿੰਡ ਦੇ ਇਲਾਕੇ 'ਚ ਪਰਾਂ ਚਲੇ ਜਾਈਏ ਨਾ, ਝਬਾਲ ਤੋਂ ਗਾਂ ਤੇ ਭਿੱਖੀ ਪਿੰਡ ਦਾ ਇਲਾਕਾ, ਉਧਰ ਕਹਿੰਦੇ ਨਾਰਲਾ ਪਿੰਡ ਹੈ। ਮੈਂ ਗਿਆ ਤਾਂ ਨਹੀਂ, ਪਰ ਉੱਥੇ ਬਜ਼ੁਰਗਾਂ ਤੋਂ ਪਤਾ ਕੀਤਾ ਵੀ ਉੱਥੇ ਉਹ ਪਿੰਡ ਪੈਂਦਾ ਨਾਰਲਾ, ਨਾਰਲਾ। ਉੱਥੋਂ ਦੇ ਹੋਏ ਬਾਬਾ ਸ਼ਾਮ ਸਿੰਘ ਜੀ। ਬਾਬਾ ਸ਼ਾਮ ਸਿੰਘ ਜੀ ਕਹਿੰਦੇ ਐਡੇ ਜਵਾਨ ਹੋਏ ਆ ਵੀ 2 ਪਠਾਣਾਂ ਨੂੰ ਨਾ, ਵੱਡੇ ਜਿਹੜੇ ਪਠਾਨ 2 ਅਸਪੇ ਪਠਾਨ ਕਹਿੰਦੇ, 2 ਅਸਪੇ ਦਾ ਮਤਲਬ ਹੁੰਦਾ ਵੀ 2 ਘੋੜੇ ਰੱਖਣ ਵਾਲਾ ਪਠਾਨ। 15 ਮਿੰਟ ਬਾਅਦ ਘੋੜਾ ਥੱਕ ਜਾਵੇ ਤੇ ਦੂਜੇ ਘੋੜੇ ਤੇ ਬਹਿ ਜਾਂਦੇ, ਐਡੇ ਐਡੇ ਜਵਾਨ ਪਠਾਨ, ਉਹਨਾਂ ਨੂੰ 2 ਅਸਪੇ ਕਹਿੰਦੇ, ਦੁੰਬੇ ਖਾਣ ਵਾਲੇ। ਦੋਵਾਂ ਨੂੰ 2 ਪਠਾਣਾਂ ਨੂੰ ਗਿੱਚੀ ਤੋਂ ਫੜਦਾ ਸੀ ਸ਼ਾਮ ਸਿੰਘ,
ਤੇ ਜਾ ਕੇ ਦਰਖਤ ਦੇ ਨਾਲ ਮਾਰਦਾ ਸੀ ਤੇ ਸਿਰ ਫੇਰ ਦਿੰਦਾ ਸੀ, ਐਡਾ ਬਲੀ ਸੀਗਾ ਉਹ। ਉਹਨੇ ਆਪਣੀ ਲੜਕੀ ਰਾਏ ਸਿੰਘ ਨੂੰ ਵਿਆਹਤੀ ਸੀ। ਜਿਹੜਾ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਉਹ ਵੀ ਸ਼ਾਮ ਸਿੰਘ ਦੇ ਜਥੇ 'ਚ ਹੀ ਰਿਹਾ ਜ਼ਿਆਦਾਤਰ, ਸ਼ਾਮ ਸਿੰਘ ਨਹੀਂ ਪਾਲ। ਜਿਹੜਾ ਕਰੋੜ ਸਿੰਘੀਆ ਹੋਇਆ ਦਿੱਲੀ ਤੇ ਬਘੇਲ ਸਿਉਂ, ਉਹ ਬਘੇਲ ਸਿੰਘ ਵੀ ਉਹਦਾ ਚੇਲਾ ਸੀਗਾ ਸ਼ਾਮ ਸਿੰਘ ਦਾ, ਬੜਾ ਪੁਰਾਣਾ ਜਰਨੈਲ ਹੈ। ਬਾਬਾ ਜੀ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਬੁੱਢੇ ਦਲ ਦੇ ਜਥੇਦਾਰ ਤੇ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ ਇੱਕ ਬਾਟੇ ਛਕਦੇ ਸੀਗੇ, ਭਰਾ ਬਣੇ ਹੋਏ ਸੀਗੇ। ਤੇ ਬਾਬਾ ਸ਼ਾਮ ਸਿੰਘ ਦੀ ਬੇਟੀ ਜਿਹੜੀ ਸੀ ਉਹ ਵਿਆਹੀ ਗਈ ਰਾਏ ਸਿੰਘ ਨੂੰ। ਰਤਨ ਸਿੰਘ ਦਾ ਇਸ ਨਾਂ ਤੇ ਕੀ ਹੋਇਆ, ਨਾਨਾ ਨਾ ਉਹਦਾ ਸ਼ਾਮ ਸਿੰਘ। ਤਾਂ ਉਹ ਕਹਿੰਦੇ ਸ਼ਾਮ ਸਿੰਘ ਨੇ ਆਪਣੀ, ਉਦੋਂ ਸਿੱਖਾਂ ਦੀਆਂ ਮਿਸਲਾਂ ਬਣਨ ਲੱਗ ਪਈਆਂ, ਸਿੰਘਾਂ ਨੇ ਇਲਾਕੇ ਮੱਲ ਲਏ। ਜਦੋਂ ਇਲਾਕੇ ਮੱਲੇ ਸੀ ਉਦੋਂ ਕਹਿੰਦੇ ਜਿਹੜੇ ਪਿੰਡ 'ਚ ਘੋੜਸਵਾਰ ਲੰਘਦਾ ਸੀ ਨਾ ਸਿੰਘ, ਉਸ ਪਿੰਡ 'ਚ ਆਪਣਾ ਕਸ਼ਹਿਰਾ ਰੱਖ ਜਾਣਾ, ਆਹ ਪਿੰਡ ਮੇਰਾ ਹੋ ਗਿਆ। ਪਿੰਡ ਵਾਲੇ ਆਖਿਆ ਠੀਕ ਹੈ ਬਾਬਾ ਜੀ, ਕਿਤੇ ਢਾਲ ਰੱਖ ਜਾਣੀ, ਆਹ ਮੇਰਾ ਹੋ ਗਿਆ। ਅਗਲੇ ਪਿੰਡ ਜਾਣਾ, ਉੱਥੇ ਪਰਨਾ ਰੱਖ ਜਾਣਾ, ਆਹ ਮੇਰਾ ਹੋ ਗਿਆ, ਠੀਕ ਹੈ ਬਾਬਾ ਜੀ ਤੁਹਾਡਾ ਹੀ ਹੋ ਗਿਆ। ਇੱਦਾਂ ਪਿੰਡ ਮੱਲੇ ਸੀਗੇ ਸਿੰਘਾਂ ਨੇ। ਤੇ ਉਹ ਪਿੰਡ ਮੱਲ ਕੇ ਬਾਬਾ ਸ਼ਾਮ ਸਿੰਘ ਹੋਰਾਂ ਨੇ 10 ਪਿੰਡ ਆਪਣੀ ਧੀ ਨੂੰ ਦਾਜ ਦਿੱਤੇ ਸੀਗੇ। ਤੇ ਉਹ ਜਿਹੜਾ ਸੀ ਨਾ ਮੱਸੇ ਰੰਗੜ ਦਾ ਪਰਿਵਾਰ, ਮੱਸੇ ਰੰਗੜ ਦਾ ਪਰਿਵਾਰ ਵੀ ਉਹ ਚੌਧਰੀ ਸੀਗੇ, ਉਹ ਮਾਰਨਾ ਚਾਹੁੰਦੇ ਸੀ ਰਾਏ ਸਿੰਘ ਨੂੰ। ਬਾਬੇ ਸ਼ਾਮ ਸਿੰਘ ਬੜੇ ਨੀਤੀਵਾਨ ਸਨ, ਉਹਨੇ ਆਖਿਆ ਆਪਣੀ ਧੀ ਤੇ ਜਵਾਈ ਨੂੰ 5 ਪਿੰਡ ਦੇ ਤੇ ਮਾਝੇ 'ਚ ਤੇ 5 ਦੇ ਤੇ ਖੰਨੇ ਦੇ ਕੋਲ, ਗੋਬਿੰਦਗੜ੍ਹ ਮੰਡੀ ਖੰਨਾ ਤੁਸੀਂ ਜਾਣਦੇ ਹੀ ਹੋ ਨਾ, ਦੁਰਾਏ ਤੁਰਾ, ਉਹਦੇ ਲਾਗੇ ਪਿੰਡ ਹੈ ਚੜੀ ਭੜੀ। ਭੜੀ ਪਿੰਡ ਦੇ ਵਿੱਚ ਭਾਈ ਸਾਹਿਬ ਰਤਨ ਸਿੰਘ ਦਾ ਜਨਮ ਹੋਇਆ। ਇੱਥੇ ਆ ਗਈ ਉਹ ਬੀਬੀ, ਇੱਥੇ ਰਹੇ ਰਾਏ ਸਿੰਘ ਤੇ ਉਹਦੀ ਘਰ ਵਾਲੀ। ਅੱਗੇ ਰਤਨ ਸਿੰਘ ਦਾ ਜਨਮ ਭੜੀ ਪਿੰਡ ਹੋਇਆ। ਇਹ ਭੜੀ ਖੰਨੇ ਦੇ ਕੋਲ ਹੀ ਹੈ, 3-4 ਕਿਲੋਮੀਟਰ ਨਾਲ ਹੀ ਹੈ। ਭੜੀ ਪਿੰਡ ਦਾ ਹੁਣ ਜਿਹੜਾ ਕੰਮਕਾਰ ਹੁੰਦਾ ਸੀ ਲੁਧਿਆਣੇ ਦੀ ਕਚਹਿਰੀ ਵਿੱਚ। ਇਸ ਕਰਕੇ ਭਾਈ ਸਾਹਿਬ ਰਤਨ ਸਿੰਘ ਜੀ ਕਹਿੰਦੇ ਆ ਵੀ ਮੈਂ ਖੰਨੇ ਤੋਂ ਭੜੀ ਤੋਂ ਉਸੀ ਕਚਹਿਰੀ ਹਮ ਥੇ ਗਏ, ਕਿਸੇ ਕੰਮ ਲਈ ਮੈਂ ਲੁਧਿਆਣੇ ਗਿਆ ਹੋਇਆ ਸੀ ਕਚਹਿਰੀ ਦੇ ਵਿੱਚ। ਸੁਣ ਜਹ ਬਾਤ ਸੋ ਚਿੰਤਤ ਭਏ। ਅੱਗੇ ਜਦੋਂ ਮੈਂ ਕਚਹਿਰੀ 'ਚ ਗਿਆ ਤੇ ਅੱਗੇ ਬੂਟੇ ਮੌਲਵੀ ਸਾਹਿਬ ਬੈਠਾ ਸੀ ਤੇ ਕੈਪਟਨ ਮਰੀ ਉਹਨੂੰ ਕਹਿ ਰਿਹਾ ਸੀ ਵੀ ਸਿੱਖਾਂ ਦੀ ਹਿਸਟਰੀ ਲਿਖ, ਸਿੱਖਾਂ ਦਾ ਇਤਿਹਾਸ ਲਿਖ। ਜਦੋਂ ਇਹ ਗੱਲ ਮੇਰੇ ਕੰਨੀ ਪਈ ਤੇ ਮੈਨੂੰ ਬੜੀ ਚਿੰਤਾ ਹੋਈ। ਯਹ ਮੌਲਵੀ ਹੈ ਮੁਸਲਮਾਨ। ਚਿੰਤਾ ਇਸ ਗੱਲ ਦੀ ਹੋਈ ਵੀ ਇਹ ਜਿਹਨੂੰ ਹਿਸਟਰੀ ਲਿਖਣ ਲਈ ਕਹਿ ਰਿਹਾ ਹੈ ਇਹ ਤਾਂ ਮੌਲਵੀ ਹੈ, ਮੁਸਲਮਾਨ ਹੈ। ਕਬ ਸਿੱਖਣ ਜਸ ਕਰੈ ਬਖਾਨ। ਇਹ ਸਿੰਘਾਂ ਦਾ ਜਸ ਕਦੋਂ ਬਖਿਆਨ ਕਰੇਗਾ? ਇਹ ਕਦੀ ਗੱਲ ਖਾਲਸੇ ਦੀ ਦ੍ਰਿੜਤਾ ਨਾਲ ਨਹੀਂ ਕਹਿ ਸਕੇਗਾ। ਕਰ ਗੋਸ਼ਟ ਹਮ ਮਰੀ ਸਮਝਾਇਓ। ਜਦੋਂ ਬੂਟੇ ਸ਼ਾਹ ਕਚਹਿਰੀ ਚੋਂ ਬਾਹਰ ਹੋਇਆ, ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਕੈਪਟਨ ਮਰੀ ਨੂੰ ਕਿਹਾ ਵੀ ਇਹ ਕਿਹਨੂੰ ਤੁਸੀਂ ਇਤਿਹਾਸ ਲਿਖਣ ਲਾ ਰਹੇ ਹੋ? ਉਹ ਕਹਿੰਦਾ ਜੀ ਇਹ ਮੌਲਵੀ ਸਾਹਿਬ ਬੜੇ ਲਿਖਾਰੀ ਚੰਗੇ ਨੇ, ਇਹਨਾਂ ਨੂੰ ਲਾ ਰਹੇ ਆ। ਫਿਰ ਮੈਂ ਰਤਨ ਸਿੰਘ ਕਹਿੰਦਾ ਮੈਂ ਮੌਲਵੀ ਨੂੰ ਮਰੀ ਨੂੰ ਸਮਝਾਇਆ। ਹਾਂਜੀ, ਉਸ ਕਾ ਲਿਖਿਆ ਹਮਹਿ ਦਿਖਾਇਓ। ਠੀਕ ਹੈ, ਜੋ ਇਹ ਲਿਖੇਗਾ ਨਾ ਉਹ ਮੈਨੂੰ ਜ਼ਰੂਰ ਦਿਖਾਇਆ ਜੇ ਲੰਡਨ ਭੇਜਣ ਤੋਂ ਪਹਿਲੇ। ਹਾਂਜੀ, ਉਸ ਕੋ ਦੇਖ ਹਮ ਬਾਤ ਉਚਾਰੀ। ਜਿੰਨਾ ਕੁਝ ਉਹ ਲਿਖਦਾ ਸੀ ਬੂਟੇ ਸ਼ਾਹ, ਉਹ ਭਾਈ ਰਤਨ ਸਿੰਘ ਜੀ ਨੂੰ, ਕਿਉਂਕਿ ਰਤਨ ਸਿੰਘ ਛੋਟਾ ਬੰਦਾ ਤਾਂ ਹੈ ਨਹੀਂ ਸੀ, 5 ਪਿੰਡਾਂ ਦਾ ਇੱਥੇ ਮਾਲਕ ਸੀ, 5 ਪਿੰਡਾਂ ਦਾ ਉਹ ਮਾਝੇ 'ਚ ਮਾਲਕ ਸੀ, ਚੰਗਾ ਸਰਦਾਰ ਸੀ। ਯਾਨੀ ਕਿ ਜੇ ਜਾਂਦਾ ਵੀ ਹੋਵੇਗਾ ਤੇ ਬੱਗੀ ਤੇ ਬਹਿ ਕੇ ਹੀ ਜਾਂਦਾ ਹੋਣਾ ਲੁਧਿਆਣੇ, ਪੂਰੀ ਸ਼ਾਨ ਨਾਲ, ਸਰਦਾਰਾਂ ਵਾਲੀ ਸ਼ਾਨ ਸੀ ਉਹਦੀ। ਉਹਨੂੰ ਕੁਰਸੀ ਮਿਲਦੀ ਸੀ ਕਚਹਿਰੀ ਵਿੱਚ ਤੇ ਉਸ ਕਰਕੇ ਉਹਦਾ ਉਹ ਗੱਲ, ਉਹ ਬਚਨ ਜਿਹੜਾ ਸੀ ਅੰਗਰੇਜ਼ ਅਫਸਰ ਵੀ ਸੁਣਦਾ ਸੀ, ਮੰਨਦਾ ਸੀ, ਸਾਰੀ ਲਿਖਤ ਉਹ ਭੇਜ ਦਿੰਦਾ ਸੀ ਤੇ ਪੜ੍ਹ ਲੈਂਦੇ ਸੀ ਭਾਈ ਰਤਨ ਸਿੰਘ ਜੀ। ਫਾਰਸੀ ਵੀ ਪੜ੍ਹੇ ਹੋਏ ਸੀ। ਉਹ ਫਾਰਸੀ ਦੀ ਲਿਖਤ ਪੜ੍ਹਨ ਤੋਂ ਬਾਅਦ ਭਾਈ ਸਾਹਿਬ ਕਹਿੰਦੇ ਮੈਂ ਉਹਨੂੰ ਕਿਹਾ ਵੀ ਇਹਨ ਗੱਲ ਸਿੰਘਨ ਕਹੀ ਨਾ ਸਾਰੀ, ਇਹਨੇ ਸਾਡੀ ਸਿੰਘਾਂ ਦੀ ਸਾਰੀ ਗੱਲ ਨਹੀਂ ਦੱਸੀ। ਹਾਂਜੀ, ਇਨ ਗੱਲ ਖਾਲਸੇ ਕਹੀ ਨਾ ਸਾਰੀ। ਇਹਨੇ ਖਾਲਸੇ ਦੀ ਸਾਰੀ ਗੱਲ ਨਹੀਂ ਕਹੀ, ਜੋ ਸਿੰਘਾਂ ਦਾ ਖਾਲਸੇ ਦਾ ਸੱਚਾ ਸੁੱਚਾ ਇਤਿਹਾਸ, ਮਹਾਨ ਵਿਰਸਾ ਹੈ ਕੈਪਟਨ ਸਾਹਿਬ, ਇਹ ਮੌਲਵੀ ਉਹ ਨਹੀਂ ਦੱਸ ਰਿਹਾ। ਹਾਂਜੀ, ਦੋਹਰਾ ਸੋ ਮਰੀ ਹਮਾਰੋ ਮਿਤ ਭਇਓ, ਮੋਹਿ ਫਿਰ ਕਹਿਓ ਬੁਲਵਾਏ। ਮੇਰੇ ਆਉਣ ਜਾਣ ਕਚਹਿਰੀ 'ਚ ਰੋਜ਼ ਸੀ ਲੁਧਿਆਣੇ। ਕੈਪਟਨ ਮਰੀ ਮੇਰਾ ਮਿੱਤਰ ਬਣ ਗਿਆ। ਫਿਰ ਉਹ ਮੈਨੂੰ ਕਹਿਣ ਲੱਗਾ
ਜਿਮ ਉਤਪਤੀ ਭਈ ਖਾਲਸੇ ਤਿਮ ਤੁਮ ਦੇਹੋ ਲਿਖਾਏ। ਉਹ ਕਹਿਣ ਲੱਗਾ ਰਤਨ ਸਿੰਘ ਜੀ ਜੇ ਮੌਲਵੀ ਠੀਕ ਨਹੀਂ ਲਿਖਾ ਰਿਹਾ ਤੇ ਤੁਸੀਂ ਲਿਖਵਾ ਦਿਓ। ਤੁਸੀਂ ਮੈਨੂੰ ਜੋ ਜੋ ਲਿਖਵਾਓਗੇ ਮੈਂ ਤੁਹਾਡਾ ਲਿਖਿਆ ਲੰਡਨ ਭੇਜਾਂਗਾ। ਚਉ ਪਈ ਤਉ ਮੈਂ ਕਹੀ ਸੁਨ ਮਰੀ ਕਪਤਾਨ। ਤਾਂ ਭਾਈ ਰਤਨ ਸਿੰਘ ਜੀ ਕਹਿਣ ਲੱਗੇ ਉਸ ਕੈਪਟਨ ਨੂੰ, ਤੁਮ ਪਤੀਜਤ ਹੋਏ ਮੁਸਲਮਾਨ। ਤੁਸੀਂ ਮੁਸਲਮਾਨ ਤੇ ਭਰੋਸਾ ਕਰ ਰਹੇ ਹੋ। ਤੁਰਕਨ ਹਿੰਦੂਆਂ ਬੈਰ ਹੈ ਆਦ। ਇਹਦਾ ਕਾਰਨ ਇਹ ਹੈ ਵੀ ਸਾਡੀ ਤੇ ਇਹਨਾਂ ਦੀ ਬੜੀ ਪੁਰਾਣੀ ਜੰਗ ਚੱਲੀ ਆ ਰਹੀ ਹੈ। ਇਹ ਬਾਹਰੋਂ ਆਏ ਨੇ, ਸਾਡੇ ਦੇਸ਼ ਵਾਸੀਆਂ ਨਾਲ ਇਹਨਾਂ ਦਾ ਖੰਡਾ ਖੜਕਦਾ 700 ਸਾਲ ਹੋ ਗਏ ਨੇ। ਖਹਾ ਖਹੀ ਕਰ ਰੱਖੈ ਬਾਦ। ਇਹ ਖਾਹ ਖਈ ਛੱਡਦੇ ਨਹੀਂ, ਸਾਨੂੰ ਇਹ ਚੰਗਾ ਨਹੀਂ ਸਮਝਦੇ। ਹਿੰਦੂਆਂ ਕੀ ਤੁਰਕ ਖੋਟੀ ਕਹੈ। ਇਹ ਹਮੇਸ਼ਾ ਸਾਡੇ ਹਿੰਦੂ ਲੋਕਾਂ ਦੀ ਖੁਟਿਆਈ ਕਰਦੇ ਨੇ। ਹਿੰਦੂ ਤੁਰਕਨ ਨਿੰਦਤ ਤੇ ਰਹੈ। ਹਿੰਦੂ ਵੀ ਤੁਰਕਾਂ ਨੂੰ ਨਿੰਦਦੇ ਰਹਿੰਦੇ ਨੇ। ਹਿੰਦੂ ਤੇ ਮੁਸਲਮਾਨਾਂ ਦੀ ਆਪਸ 'ਚ ਨਹੀਂ ਬਣਦੀ। ਤਬ ਮਾਲੀ ਕਪਤਾਨ ਬਖਾਨੀ। ਤਾਂ ਉਹ ਕੈਪਟਨ ਮਰੀ ਕਹਿਣ ਲੱਗਾ, ਹਮ ਅੰਗਰੇਜ਼ ਹੈ ਚਤੁਰ ਗਿਆਨੀ। ਉਹ ਕਹਿਣ ਲੱਗਾ ਸਰਦਾਰ ਜੀ ਤੁਸੀਂ ਚਿੰਤਾ ਨਾ ਕਰੋ, ਸਾਨੂੰ ਸਾਰੀ ਗੱਲ ਦਾ ਪਤਾ, ਅਸੀਂ ਹਰ ਗੱਲ ਤੇ ਨਿਗਾਹ ਰੱਖਦੇ ਹਾਂ, ਰਾਜ ਅਸੀਂ ਐਵੇਂ ਨਹੀਂ ਕਰ ਰਹੇ। ਸਾਚ ਝੂਠ ਹਮ ਖੂਬ ਵਿਚਾਰ ਹੈ। ਅਸੀਂ ਸੱਚ ਤੇ ਝੂਠ ਨੂੰ ਚੰਗੀ ਤਰ੍ਹਾਂ ਪੁਣ ਲੈਨੇ ਆ। ਦੂਧ ਨੀਰ ਜਿਮ ਹੰਸ ਨਿਆਰ ਜਿਵੇਂ ਹੈ। ਹੰਸ ਦੁੱਧ ਤੇ ਪਾਣੀ ਨੂੰ ਵੱਖਰਾ ਵੱਖਰਾ ਕਰ ਦਿੰਦਾ, ਅਸੀਂ ਝੂਠ ਤੇ ਸੱਚ ਦਾ ਨਿਤਾਰਾ ਕਰ ਦਿੰਨੇ ਆ। ਬਿਸ਼ਕ ਲਿਖਾਵੋ ਸੱਚ ਹਮ ਪਾਹੇ। ਬੇਸ਼ੱਕ ਤੂੰ ਸੱਚ ਲਿਖਾ ਦੇ, ਤੇਰੇ ਸੱਚ ਨੂੰ ਅਸੀਂ ਭੇਜਾਂਗੇ। ਝੂਠ ਹੋਏ ਹਮ ਲਿਖੈ ਨਾ ਵਾਹੇ। ਜੇ ਝੂਠ ਹੋਇਆ ਤੇਰਾ ਵੀ ਨਹੀਂ ਲਿਖਣਾ ਅਸੀਂ, ਤੇਰੀ ਗੱਲ ਅਸੀਂ ਤਾਂ ਹੀ ਲਿਖਾਂਗੇ ਜੇ ਸਾਨੂੰ ਸੱਚੀ ਨਜ਼ਰ ਆਵੇਗੀ। ਅੰਗਰੇਜ਼ ਲੋਕ ਜੇ ਪਰ ਭੂਮ ਜਾਵਤ। ਕਿਉਂਕਿ ਸਾਡੇ ਅੰਗਰੇਜ਼ਾਂ ਦਾ ਰਿਵਾਜ ਹੈ, ਅਸੀਂ ਜੇ ਪਰਾਏ ਦੇਸ਼ ਵਿੱਚ ਪਰਾਈ ਭੂਮੀ ਤੇ ਜਾਈਏ ਤਿਸੈ ਹਵਾਲ ਸਭੀ ਲਿਆਵਤ। ਅਸੀਂ ਉਸ ਦੇਸ਼ ਦੀ ਸਾਰੀ ਨਿੱਕੀ ਨਿੱਕੀ ਗੱਲ ਲਿਖ ਕੇ ਲਿਆਉਂਦੇ ਆ। ਸਾਡਾ ਇਹ ਸੁਭਾਅ ਹੈ। ਅਸੀਂ ਉਸ ਦੇਸ਼ ਦੀਆਂ ਗਲੀਆਂ ਵੀ ਲਿਖ ਲਿਆਉਂਦੇ ਆ, ਨਦੀਆਂ ਵੀ ਲਿਖ ਲਿਆਉਂਦੇ ਆ, ਸ਼ਹਿਰ ਪਿੰਡ ਗ੍ਰਾਮ ਲੋਕਾਂ ਦਾ ਰਹਿਣ ਸਹਿਣ ਖਾਣ ਪੀਣ ਹਿਸਟਰੀ ਇਤਿਹਾਸ ਸਭ ਲਿਖ ਕੇ ਲਿਆਉਂਦੇ ਆ। ਜੋ ਹੋਤ ਹੈ ਸਾਚ ਸਭ ਖਾਸ। ਅਸੀਂ ਲਿਖਦੇ ਹਾਂ ਜਿਹੜੀ ਸੱਚੀ ਗੱਲ ਹੋਵੇ। ਸੋ ਪੁਜਾਇਤ ਪਤ ਲੰਦਨ ਪਾਸ। ਔਰ ਉਹ ਅਸੀਂ ਰਿਪੋਰਟ ਲੰਡਨ ਬਾਦਸ਼ਾਹ ਕੋਲ ਭੇਜ ਦਿੰਦੇ ਆ, ਉਹ ਅੱਗੇ ਫਿਰ ਹੋਰ ਲਾਇਬ੍ਰੇਰੀਆਂ 'ਚ ਭੇਜਦਾ ਹੈ। ਹਾਂਜੀ। ਦੋਹਰਾ ਤਉ ਮਾਲੀ ਨੇ ਹਮ ਕਹਿਓ ਇਤਨੀ ਬਾਤ ਬਤਾਹੋ। ਫਿਰ ਮਾਲੀ ਕਹਿਣ ਲੱਗਾ ਭਾਈ ਰਤਨ ਸਿੰਘ ਜੀ ਇਹ ਗੱਲ ਦੱਸੋ, ਸਿੰਘਨ ਪਾਇਓ ਰਾਜ ਕਿਮ ਔ ਦੀਨੋ ਕਿਨ ਪਤਸ਼ਾਹ। ਮੈਂ ਇਹ ਗੱਲ ਪੁੱਛਣੀ ਚਾਹੁੰਦਾ, ਸਿੰਘਨ ਪਾਇਓ ਰਾਜ ਕਿਮ, ਸਿੰਘਾਂ ਨੇ ਰਾਜ ਕਿਵੇਂ ਪ੍ਰਾਪਤ ਕੀਤਾ ਤੇ ਕਿਨ ਦੀਨੋ ਪਾਤਸ਼ਾਹ, ਇਹਨਾਂ ਨੂੰ ਪਾਤਸ਼ਾਹੀ ਕਿਹਨੇ ਦਿੱਤੀ ਹੈ? ਇਹ ਸਵਾਲ ਹੈ ਇੱਕੋ ਪੰਕਤੀ, ਸਿੰਘਨ ਪਾਇਓ ਰਾਜ ਕਿਮ ਕਿਨ ਦੀਨੋ ਪਾਤਸ਼ਾਹ, ਜਿਹਦਾ ਜਵਾਬ ਇਹ ਸਾਰਾ ਗ੍ਰੰਥ ਹੈ। ਇਸ ਸਵਾਲ ਦਾ ਜਵਾਬ ਹੈ ਸ੍ਰੀ ਗੁਰੂ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਜੀ ਦੇਣਗੇ। ਆਪਾਂ ਜਿੰਨੇ ਕੁ ਦਿਨ ਇੱਥੇ ਬੈਠੇ ਆ ਇਹਨਾਂ ਗੱਲਾਂ ਨੂੰ ਸੁਣੀਏ। ਪੂਰਾ ਇਤਿਹਾਸ ਦਾ ਸਾਧ ਸੰਗਤ ਜੀ 6 ਮਹੀਨੇ ਲਗਾਤਾਰ ਕਥਾ ਹੋਵੇ ਤੇ ਤਾਂ ਪਤਾ ਲੱਗਦਾ। ਪਰ ਚਲੋ ਜਿੰਨਾ ਵੀ ਸਾਡੇ ਕਰਮਾਂ 'ਚ ਹੋਇਆ ਆਪਾਂ ਵਿਚਾਰਾਂਗੇ, ਸੁਣਾਂਗੇ, ਗੁਰੂ ਸਾਹਿਬ ਕਿਰਪਾ ਕਰਨਗੇ। ਸਾਡਾ ਆਪਣੇ ਘਰ ਦਾ ਇਤਿਹਾਸ ਹੈ, ਜੇ ਇਹ ਸਾਨੂੰ ਨਹੀਂ ਪਤਾ ਤੇ ਸਾਨੂੰ ਕੁਝ ਵੀ ਨਹੀਂ ਪਤਾ। ਸੋ ਖਾਲਸਾ ਜੀ ਆਪ ਜੀ ਹਾਜ਼ਰੀਆਂ ਭਰੋ। ਬੇਅੰਤ ਸੱਚੇ ਪਾਤਸ਼ਾਹ ਕਿਰਪਾ ਮੇਰਾ ਕਰਨ, ਚੜ੍ਹਦੀਆਂ ਕਲਾਂ ਬਖਸ਼ਣਾ ਜੀ ਕੀ ਲਈ। ਦੋਹਰਾ ਤਉ ਮਾਲੀ ਨੇ ਹਮ ਕਹਿਓ ਇਤਨੀ ਬਾਤ ਬਤਾਓ, ਸਿੰਘਨ ਪਾਇਓ ਰਾਜ ਕਿਮ